ਅੱਜ 2020 ਨੂੰ ਅਲਵਿਦਾ ਆਖਣੀ ਹੈ। ਕੱਲ ਨਵਾਂ ਵਰਾ ਚੜ੍ਹਨਾ ਹੈ ਤੇ ਵਾਹਿਗੁਰੂ ਮਿਹਰ ਕਰੇ ਇਹ ਨਵਾਂ ਵਰਾ ਕਿਸਾਨੀ ਲਈ, ਮਨੁੱਖਤਾ ਲਈ, ਇਸ ਦੇਸ਼ ਲਈ ਖੇੜਿਆਂ ਖੁਸ਼ੀਆਂ ਭਰਿਆ ਹੋਵੇ। ਵਾਹਿਗੁਰੂ ਮਿਹਰ ਕਰੇ ਮੋਦੀ ਸਰਕਾਰ ਨੂੰ ਸਮਤ ਬਖਸ਼ੇ, ਉਹ ਲੋਕ ਸੇਵਾ ਵਾਲੇ ਪਾਸੇ ਤੁਰੇ। ਵਾਹਿਗੁਰੂ ਮਿਹਰ ਕਰੇ ਮੋਦੀ ਸਰਕਾਰ ਨੂੰ ਸੁਧ ਬੁੱਧੀ ਬਖਸ਼ੇ, ਉਹ ਆਪਣਾ ਅਰਿਸਟੋਕ੍ਰੈਟਿਕ ਸਟਾਈਲ ਕੰਮ ਕਰਨ ਦਾ ਬਦਲ ਕੇ ਲੋਕ ਪੱਖੀ ਸਟਾਈਲ ਬਣਾਏ। ਪਟਨੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਤੁਹਾਡੇ ਭਰਾਵਾਂ ਦਾ। ਉਹਨਾਂ ਨੇ ਡਟ ਕੇ ਪੁਲਿਸ ਦੀਆਂ ਲਾਠੀਆਂ ਖਾਧੀਆਂ, ਹੱਥ ਨਹੀਂ ਚੱਕਿਆ। ਹੈਦਰਾਬਾਦ 'ਚ ਕੱਲ ਬਹੁਤ ਵੱਡਾ ਇਕੱਠ ਹੋਇਆ। ਅੱਜ ਮਨੀਪੁਰ 'ਚ ਇਕੱਠ ਹੋ ਰਿਹਾ ਹੈ। ਤਾਮਿਲਨਾਡੂ 'ਚ ਸਰਕਾਰ ਨੇ ਵਾਹ ਲਾ ਲਈ, ਸਾਰੇ ਲੀਡਰ ਫੜ ਕੇ ਅੰਦਰ ਦੇ ਦਿੱਤੇ। ਉਹਦੇ ਬਾਵਜੂਦ ਥੰਜਾਵੁਰ 'ਚ, ਜਿਹਨੂੰ ਕੰਨਿਆ ਕੁਮਾਰੀ ਕਹਿੰਦੇ ਨੇ, ਉਹਦੇ ਨੇੜੇ ਲੱਖਾਂ ਕਿਸਾਨ ਇਕੱਠੇ ਹੋਏ ਤੁਹਾਡੇ ਹੱਕ ਵਿੱਚ। ਦੂਜੇ ਪ੍ਰਦੂਸ਼ਣ ਦੇ ਨਾਲ ਕਿਸਾਨਾਂ ਨੂੰ ਵੀ ਉਹਦੇ ਵਿੱਚ ਰੱਖਿਆ ਸੀ ਤੇ ਕਿਸਾਨਾਂ ਨੂੰ ਇਹ ਸੀ ਕਿ ਕੋਈ ਵੀ ਜਿਹੜਾ ਪ੍ਰਦੂਸ਼ਣ ਕਰਨ ਦੇ ਵਿੱਚ ਆਪਣੀ ਭੂਮਿਕਾ ਨਿਭਾਊਗਾ ਉਸ ਨੂੰ 1 ਕਰੋੜ ਰੁਪਇਆ ਜੁਰਮਾਨਾ ਤੇ 5 ਸਾਲ ਦੀ ਸਜ਼ਾ ਹੋਊਗੀ। ਸੋ ਇਹਨਾਂ ਚਾਰਾਂ ਦੇ ਵਿੱਚੋਂ ਬਿਜਲੀ ਬਿੱਲ 2020 ਕੇਂਦਰ ਸਰਕਾਰ ਨੇ ਮੰਨ ਲਿਆ ਕਿ ਅਸੀਂ ਇਹ ਰੱਦ ਕਰਦੇ ਹਾਂ, ਅਸੀਂ ਇਹ ਵਾਪਸ ਲੈਂਦੇ ਹਾਂ। ਕੱਲ ਕਿ ਅਸੀਂ ਕਿਸਾਨਾਂ ਨੂੰ ਕੋਈ 1 ਕਰੋੜ ਰੁਪਏ ਜੁਰਮਾਨਾ ਜਾਂ ਕਿਸਾਨਾਂ ਨੂੰ ਦੋਸ਼ੀ ਠਹਿਰਾਉਣਾ ਪ੍ਰਦੂਸ਼ਣ ਵਾਸਤੇ ਜਾਂ ਉਹਨਾਂ ਨੂੰ 5 ਸਾਲ ਦੀ ਸਜ਼ਾ, ਇਹ ਜਿਹੜਾ ਹਿੱਸਾ ਇਹ ਉਸ ਆਰਡੀਨੈਂਸ ਦੇ ਵਿੱਚੋਂ ਕੱਢਣ ਵਾਸਤੇ ਤਿਆਰ ਹੈ, ਉਹ ਕੱਢ ਲਿਆ ਗਿਆ। ਬਿਹਾਰ ਦੇ ਕਿਸੇ ਕਿਸਾਨ ਦਾ ਝੋਨਾ ਅਗਰ 900 ਰੁਪਏ ਖਰੀਦਿਆ ਜਾਂਦਾ ਹੈ, ਅਗਰ ਪੰਜਾਬ ਦੀ ਮੱਕੀ ਕਿਸੇ ਕਿਸਾਨ ਦੀ 1850 ਦੀ ਬਗੈਰ 850 ਖਰੀਦੀ ਜਾਂਦੀ ਹੈ ਤਾਂ ਉਹ ਏਜੰਸੀ ਜਾਂ ਉਹ ਜਿਹੜਾ ਵਪਾਰੀ ਹੈ ਉਹਦੇ ਖਿਲਾਫ ਇਸ ਕਾਨੂੰਨ ਦੇ ਮੁਤਾਬਕ ਪਰਚਾ ਦਰਜ ਹੋਵੇ। ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਤੇ ਵਕੀਲ ਸਾਰੇ ਸੂਬਿਆਂ ਦੀਆਂ ਬਾਰ ਐਸੋਸੀਏਸ਼ਨਾਂ ਦੇ ਵਕੀਲਾਂ ਨੇ ਕਿਹਾ ਵੀ ਇਹ ਕਾਨੂੰਨ ਦੇਸ਼ ਮਾਰੂ ਵੀ ਹੈ ਤੇ ਇਹ ਕਾਨੂੰਨ ਕਿਸਾਨ ਮਾਰੂ ਵੀ ਹੈ। ਉਹਨਾਂ ਨੇ ਸਾਡੀ ਦਲੀਲ ਦੇ ਜਵਾਬ ਦੇ ਵਿੱਚ ਤੋਮਰ ਨੇ ਇਹ ਗੱਲ ਕਹੀ, ਕਹਿੰਦੇ ਜੇ ਤੁਸੀਂ ਖੇਤੀ ਮਾਰ 10 ਪੇਸ਼ ਕਰ ਦਿਓਗੇ ਇਹ ਕਾਨੂੰਨਾਂ ਨੂੰ ਗਲਤ ਕਹਿਣ ਵਾਲੇ, ਤਾਂ ਅਸੀਂ 100 ਖੇਤੀ ਮਾਰ ਪੇਸ਼ ਕਰ ਸਕਦੇ ਹਾਂ ਇਹਨਾਂ ਕਾਨੂੰਨਾਂ ਨੂੰ ਠੀਕ ਕਹਿਣ ਵਾਲੇ। ਜੇ ਤੁਸੀਂ 10 ਵਕੀਲ ਪੇਸ਼ ਕਰ ਸਕਦੇ ਹੋ, ਅਸੀਂ 100 ਵਕੀਲ ਪੇਸ਼ ਕਰ ਸਕਦੇ ਹਾਂ। ਬੇਨਤੀ ਹੈ ਸਮੁੱਚੇ ਕਿਸਾਨ ਵੀਰਾਂ ਨੂੰ ਕਿ ਉਹ ਹਰ ਕਿਸਾਨ ਆਪਣੀ ਟਰਾਲੀ ਦੀ ਜਿਹੜੀ ਰਾਖੀ ਆ ਉਹ ਆਪ ਕਰੇ ਤੇ ਆਸੇ-ਪਾਸੇ ਵੀ ਧਿਆਨ ਰੱਖੇ। ਅਸੀਂ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈਣਾ, ਕਿਸੇ ਨੇ ਉਹਨੂੰ ਥੱਪੜ ਨਹੀਂ ਮਾਰਨਾ, ਕਿਸੇ ਨੇ ਕੋਈ ਨੂੰ ਮਾੜਾ ਲਫ਼ਜ਼ ਨਹੀਂ ਬੋਲਣਾ, ਪਰ ਅਸੀਂ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕਰਾਉਂਦੇ ਰਹੇ ਹਾਂ। ਹੁਣ ਤੱਕ ਬਹੁਤ ਸਾਰੇ ਆਦਮੀ ਅਸੀਂ ਫੜਾ ਚੁੱਕੇ ਹਾਂ ਤੇ ਪੁਲਿਸ ਜਿਹੜੀ ਆ ਪਰ ਉਹਨਾਂ ਤੇ ਜੋ ਅਸਲ ਕਾਰਵਾਈ ਕਰਨੀ ਬਣਦੀ ਆ ਉਹ ਨਹੀਂ ਕਰ ਰਹੀ। ਇਸ ਕਰਕੇ ਸਾਨੂੰ ਧਿਆਨ ਦੇਣ ਦੀ ਲੋੜ ਹੈ। ਅੱਜ ਦੇ ਇਸ ਧਰਨੇ ਦੇ ਵਿੱਚ ਬੈਠੇ ਬਹੁਤ ਹੀ ਸਤਿਕਾਰਯੋਗ किसान भरावो, भैनों, नौजवानों, सब तो पहला फतेह अर्ज करदा वाहिगुरू जी का खालसा वाहिगुरू जी की फतेह। तुसी अज 2020 नूं अलविदा आखनी है
कल नवा वरा चढ़ना है ते वाहिगुरू मेहर करे ये नवा वरा किसानी लई, मनुखता लई, इस देश लई खेड़ियां खुशियां भरिया होवे। वाहिगुरू मेहर करे मोदी सरकार नूं सुमत बख्शे वो लोक सेवा वाले पासे तुरे। वाहिगुरू मेहर करे मोदी सरकार नूं सुध बुद्धि बख्शे वो अपना अरिस्टोक्रैटिक स्टाइल काम करन दा बदल के लोक पक्षी स्टाइल बनाए। नवे बरे दी ये साडी सारियां दी कामना है। तुसी सारे मेरे साथियों तो सुन चुके होवोगे कल दी मीटिंग विच सरकार दे सुर ढिले सी। ये तुहाडी इन्नी लंबी तपस्या दा सिट्टा सी भी कल उन्हां दे गल करन दे लहजे विच बहुत वड्डी तब्दीली नजर आ रही सी। दो छोटियां छोटियां गल्लां जिहड़ियां उन्होंने कल मनियां साडे पंजाब वास्ते खास तौर ते बाकी देश के सारे समुचे किसानों वास्ते भी बहुत अहमियत रखदियां ने। एक बिजली सोध बिल 2020 सी, हाले कानूनी शक्ल लैण तो दूर हाले सरकार दे बस्ते विच सी, जिहदे अनुसार पंजाब दे किसानां नूं बड़ा वड्डा नुकसान होने वाला सी। तुहानूं बिजली दे बिल फ्री ने, मोटरां ते बिल नहीं लगदे। ये नवीं एक खेड रची गई सी भी पहलां तुसीं बिल दिओ उसते बाद सरकार उही तुहाडे खात्यां 'च वापस भेजेगी। ये नवां ड्रामा रचण दा इलैक्ट्रिसिटी अमेंडमेंट एक्ट 2020 सी, जिहदे च साडा कहना सी भई पंजाब दे किसानां कोल जमीनां बहुत छोटियां लैंड होल्डिंग्स रह गई, 5 एकड़ तो घट ने, धरती का पानी बहुत नीवा चला गया, ट्यूबवैल लाउण लई लाखां रुपए खर्च करने पैंदे ने ते जे तुसी जिहड़े अज दे हिसाब नाल बिजली दे बिल लाओगे तां 6 तो 7,000 रुपया महीना छोटी मोटर दा हर किसान दे वस दा रोग नहीं पिछड़े महीने तुहानूं दिया करे ते फिर पता नहीं तुसी गैस सिलेंडरां दी सबसिडी मांग वापस करो भी कि ना करो। ये साडे वस नहीं। जे इहो जिहा कानून लिआउंदे हो तो एक गल समझ लेनी चाहिए है सरकार नूं भई घट्टो घट अद्धे ट्यूबवैल पंजाब दे 1 महीने दे अंदर अंदर डिफाल्टर हो जाणगे, किसी ते बिल दिते नहीं जाने। तुसी एक नवीं होर मुसीबत लई राह खोल रहे हो जिहड़ा असीं बर्दाश्त नहीं करांगे और उहदे लई सरकार नूं इह मनना पिया भाई ठीक है असीं ये छड्डिया, ये कानून असीं नहीं बनावांगे। दूसरा सी एक बड़ा वड्डा पिछले समय तो दबाव सी, जदों नैशनल ग्रीन ट्रिब्यूनल च केस चलदा सी आ पराली नूं अग लाउण वाला, मैं उस केस विच खुद पेश होया करदा सी। मैं उस वेले नैशनल ग्रीन ट्रिब्यूनल दे जिहड़े चेयरमैन सी और सुप्रीम कोर्ट दे जज सी, मैं उन्हां नूं कहा सी भाई जी तुसी जो कुछ कहना चाहुंदे हो मशीनरी लियाओ, पंजाब दे किसानां कोल जिन्हां कोल छोटी छोटी लैंड होल्डिंग है उन्हां दे वस दा रोग नहीं, इन्नी महंगी मशीनरी वो खरीद नहीं सकते और इन्नी महंगी मशीनरी खरीद के जिस तरह की तुसी कहंदे हो उहदे लई 60-70 हॉर्स पावर का ट्रैक्टर चाहिए ते ये आम किसानां दे वस दा रोग नहीं। उदों फिर केंद्र सरकार नूं पार्टी बनाया गया सी और फैसला लिखिया होया सी, अज भी वो फैसला स्टैंड करता है। मैं 1-2 बारी पंजाब जिहड़ी किसान नूं सूट करदी उहनूं छड्ड दिओ, ये किवें काम चलू। उस फैसले का 3 हिस्से ने GH ते I पार्ट है। एक हिस्से विच नैशनल ग्रीन ट्रिब्यूनल ने कहा भाई जिहड़े 2 एकड़ तक की जमीन के मालक किसान ने उन्होंने
ਇਹ ਸਾਰੀ ਮਸ਼ੀਨਰੀ ਸਰਕਾਰ ਫ੍ਰੀ ਆਫ ਕਾਸਟ ਲੈ ਕੇ ਦੇਵੇ। ਜਿਹੜੇ 5 ਏਕੜ ਤੱਕ ਦੇ ਮਾਲਕ ਨੇ ਉਹਨਾਂ ਨੂੰ 5000 ਰੁਪਏ ਚ ਦੇਵੇ, ਇਹ ਤੋਂ ਵੱਧ ਵਾਲਿਆਂ ਨੂੰ 15000 ਰੁਪਏ ਚ ਦੇਵੇ, ਤੇ ਇਹ ਮਸ਼ੀਨਾਂ ਚਲਾਉਣ ਲਈ ਨਕਦ ਇਨਸੈਂਟਿਵ ਦਿੱਤਾ ਜਾਏ। ਸਰਕਾਰ ਨੇ ਇਹ ਤਾਂ ਕੀਤਾ ਨਹੀਂ। ਹਾਂ, ਇੱਕ ਕੰਮ ਕਰ ਦਿੱਤਾ ਭਾਈ ਜੀ, ਅਸੀਂ ਸਬਸਿਡੀ ਤੇ ਮਸ਼ੀਨਾਂ ਦੇਵਾਂਗੇ। ਜਿੰਨੇ ਦੀ ਮਸ਼ੀਨ ਸੀ, ਜਿੰਨੀ ਉਹਦੇ ਤੇ ਸਬਸਿਡੀ ਮਿਲਣੀ ਸੀ, ਉਨੀ ਮੈਨੂਫੈਕਚਰਰਾਂ ਨੇ ਕੀਮਤ ਵਧਾ ਲਈ, ਕਿਉਂਕਿ ਕਰਪਸ਼ਨ ਦਾ ਜ਼ਮਾਨਾ ਹੈ। ਇਸ ਲਈ ਉਹਦਾ ਲਾਭ ਕਿਸਾਨਾਂ ਨੂੰ ਕੋਈ ਨਹੀਂ ਹੋਇਆ। ਤੇ ਹੋ ਇਹ ਗਿਆ ਵੀ ਉਹਨਾਂ ਨੇ ਜੁਰਮਾਨੇ ਕਰਨੇ ਸ਼ੁਰੂ ਕਰ ਦਿੱਤੇ। ਤੇ ਮੈਂ ਇੱਕ ਸੈਮੀਨਾਰ ਵਿੱਚ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਪੁੱਛਿਆ, ਭਾਈ ਜੀ ਤੁਹਾਡੀ ਇੱਕ ਕਿਤਾਬ 'ਚ ਛਪਦਾ ਹੈ ਹਰ ਸਾਲ, ਜਦੋਂ ਦਾ ਗ੍ਰੀਨ ਰੈਵੋਲੂਸ਼ਨ ਸ਼ੁਰੂਆਤ ਹੋਈ ਹੈ, ਉਹਦਾ ਨਾਮ ਹੈ ਪੈਕੇਜ ਐਂਡ ਪ੍ਰੈਕਟਿਸਿਸ। ਉਹਦੇ ਵਿੱਚ ਤੁਸੀਂ ਸਾਨੂੰ ਸਲਾਹ ਦਿੰਦੇ ਹੋ ਕਿਹੜੀ ਫਸਲ ਬੀਜਣ ਤੋਂ ਬਾਅਦ ਖੇਤ ਤਿਆਰ ਕਰਕੇ ਕਿਵੇਂ ਅਗਲੀ ਫਸਲ ਲਈ ਤਿਆਰੀ ਕਰਨੀ ਹੈ। ਤੁਸੀਂ ਆ 5-6 ਸਾਲ ਤੋਂ ਪਹਿਲੇ ਜਿੰਨੇ ਤੁਹਾਡੇ ਇਹ ਪੈਕੇਜ ਐਂਡ ਪ੍ਰੈਕਟਿਸ ਦੇ ਕਿਤਾਬ 'ਚ ਨੇ, ਉਹ ਚੱਕ ਲਓ। ਤੁਸੀਂ ਸਾਨੂੰ ਹਮੇਸ਼ਾ ਕਿਹਾ ਪਰਾਲੀ ਨੂੰ ਅੱਗ ਲਾਓ, ਖੇਤ ਨੂੰ ਸਾਫ਼ ਕਰੋ ਤੇ ਅਗਲੀ ਫਸਲ ਬੀਜ ਦਿਓ। ਤੇ ਹੁਣ 5 ਸਾਲ ਤੋਂ ਲਿਖਣੋਂ ਹਟ ਗਏ। ਸਾਨੂੰ 50 ਸਾਲ ਇੱਕ ਪਾਠ ਪੜ੍ਹਾਈ ਗਏ ਤੇ ਚਾਹੁੰਦੇ ਹੋ ਅਸੀਂ ਉਹ 5 ਮਹੀਨਿਆਂ 'ਚ ਛੱਡ ਦਈਏ। ਵਾਈਸ ਚਾਂਸਲਰ ਕੋਲ ਕੋਈ ਜਵਾਬ ਨਹੀਂ ਸੀ। ਉਹਨੇ ਕਿਹਾ ਹਾਂ ਤੁਸੀਂ ਠੀਕ ਕਹਿੰਦੇ ਹੋ, ਪਰ ਹੁਣ ਅਸੀਂ ਆਪਣੀ ਇਹ ਪੈਕੇਜ ਐਂਡ ਪ੍ਰੈਕਟਿਸਿਸ ਵਿੱਚੋਂ ਇਹ ਗੱਲ ਕੱਢ ਦਿੱਤੀ ਹੈ। ਤੇ ਜੇ ਕੱਢ ਦਿੱਤੀ ਹੈ ਤੁਸੀਂ 50 ਸਾਲ ਦੀ ਪ੍ਰੈਕਟਿਸ, ਤਾਂ ਘੱਟੋ ਘੱਟ 5-7 ਸਾਲ ਤੱਕ ਕਿਸਾਨ ਨੂੰ ਦਿਓ ਨਾ, ਇਹਨੂੰ ਸਮਝਣ ਵਾਸਤੇ, ਤਰੀਕਾ ਬਦਲਣ ਵਾਸਤੇ। ਔਰ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਏ। ਮੈਂ ਡਾਇਰੈਕਟਰ ਐਗਰੀਕਲਚਰ ਨੂੰ ਕਿਹਾ ਵੀ ਤੂੰ ਬੈਠਾ ਇੱਥੇ, ਮੈਨੂੰ ਦੱਸ ਅੱਜ ਤੱਕ ਕਿਸੇ ਅਦਾਲਤ ਦਾ ਫੈਸਲਾ ਅਧੂਰਾ ਲਾਗੂ ਹੋਇਆ? ਅੱਧਾ ਫੈਸਲਾ ਲਾਗੂ ਕਰ ਦਿਓ, ਅੱਧਾ ਛੱਡ ਦਿਓ। ਜਿਹੜਾ ਤੁਹਾਨੂੰ ਸੂਟ ਕਰਦਾ ਉਹ ਲਾਗੂ ਕਰ ਦਿਓ, ਜੁਰਮਾਨਾ ਕਰ ਦਿਓ, ਕਿਸਾਨਾਂ ਤੇ FIR ਕਰ ਦਿਓ, ਉਹਨਾਂ ਦੀ ਜਮਾਬੰਦੀ 'ਚ ਰੈੱਡ ਐਂਟਰੀ ਕਰ ਦਿਓ। ਤੇ ਜਿਹੜਾ ਤੁਸੀਂ ਕੰਮ ਕਰਨਾ ਸੀ ਉਹ ਕੌਣ ਕਰੂਗਾ? ਕੋਈ ਜਵਾਬ ਨਹੀਂ। ਤੇ ਹੁਣ ਕੇਂਦਰ ਸਰਕਾਰ ਨੇ ਉਹ ਤੋਂ ਉਤਸ਼ਾਹਤ ਹੋ ਕੇ ਨਵਾਂ ਕਾਨੂੰਨ ਬਣਾ ਲਿਆ ਸੀ ਭਈ ਜੇ ਕੋਈ ਪਰਾਲੀ ਨੂੰ ਅੱਗ ਲਾਏਗਾ ਉਸ ਕਿਸਾਨ ਨੂੰ 1 ਕਰੋੜ ਰੁਪਇਆ ਜੁਰਮਾਨਾ ਹੋਏਗਾ ਤੇ 5 ਸਾਲ ਦੀ ਕੈਦ ਹੋਏਗੀ। ਕੱਲ ਇਹ ਤੋਂ ਅਸੀਂ ਤੁਹਾਡਾ ਖਹਿੜਾ ਛਡਾ ਦਿੱਤਾ। ਜਿਹੜਾ ਨਵਾਂ ਕਾਨੂੰਨ ਉਹਦੇ ਵਿੱਚੋਂ ਕਿਸਾਨ ਦਾ ਹਿੱਸਾ ਬਾਹਰ ਕੱਢ ਦਿੱਤਾ, ਇੰਡਸਟਰੀ ਤੇ ਲਾਗੂ ਹੋਏਗਾ। ਇਹ 2 ਗੱਲਾਂ ਕੱਲ ਅਸੀਂ ਕਰਵਾ ਕੇ ਆਏ ਹਾਂ। ਬਾਕੀ ਅਸਲੀ ਮੁੱਦਾ ਹਾਲੇ ਖੜਾ ਹੈ। ਅਸਲੀ ਮੁੱਦੇ ਤੇ ਸਰਕਾਰ ਆਪਣੀ ਇੱਜ਼ਤ ਬਚਾਉਣ ਵਾਲੇ ਪਾਸੇ ਨੂੰ ਤੁਰੀ ਹੋਈ ਹੈ। ਉਹ ਸਿੱਧੇ ਸ਼ਬਦ ਨਹੀਂ ਵਰਤਦੇ, ਪਰ ਸਾਨੂੰ ਮੀਟਿੰਗ 'ਚ ਇਹ ਕਹਿੰਦੇ ਨੇ ਭਾਈ ਜੀ ਕੋਈ ਆਲਟਰਨੇਟਿਵ ਦੱਸ ਦਿਓ। ਇਸ ਸ਼ਬਦ ਦਾ ਜਿਹੜਾ ਤੁਸੀਂ ਵਰਤਦੇ ਹੋ ਰਿਪੀਲ ਕਰੋ। ਇਹ ਰਿਪੀਲ ਦੇ ਤਾਂ ਸ਼ਬਦ ਕੋਈ ਹੋਰ ਵਰਤ ਲਓ, ਸਾਡੀ ਵੀ ਇੱਜ਼ਤ ਰਹਿ ਜੇ ਤੇ ਤੁਹਾਡਾ ਵੀ ਮੋਰਚਾ ਫਤਿਹ ਹੋ ਜਾਏ। ਇੱਥੇ ਸਰਕਾਰ ਖੜੀ ਹੈ। ਖੈਰ ਸਰਕਾਰ ਦੀ ਇਹ ਗੱਲ ਸੁਣ ਕੇ ਮੈਂ ਅੱਜ ਸਵੇਰ ਦਾ ਪੜ੍ਹਦਾ ਆਇਆ, ਬਹੁਤ ਸਾਰੇ ਦੋਸਤਾਂ ਤੋਂ, ਵਕੀਲਾਂ ਤੋਂ, ਇਧਰੋਂ ਉਧਰੋਂ ਡਿਕਸ਼ਨਰੀਆਂ ਚੋਂ ਸਵੇਰ ਦਾ ਮੱਥਾ ਮਾਰਦਾ ਆਇਆ ਵੀ ਰਿਪੀਲ ਦੇ ਥਾਂ ਕਿਹੜਾ ਸ਼ਬਦ ਠੀਕ ਰਹੇ। ਚਲੋ ਜੇ ਉਹਨਾਂ ਦੀ ਇੱਜ਼ਤ ਦਾ ਸਵਾਲ ਹੈ ਬਚਾ ਲਓ ਵਿਚਾਰਿਆਂ ਦੀ, ਪਰ ਆਪਣੀ ਗੱਲ ਤਾਂ ਅਸੀਂ ਪੂਰੀ ਕਰਾਉਣੀ ਹੈ, ਉਹ ਤੇ ਬਿਨਾਂ ਤਾਂ ਅਸੀਂ ਪਿੱਛੇ ਹਟ ਨਹੀਂ ਸਕਦੇ। ਅਸੀਂ ਉਹਨਾਂ ਨੂੰ ਕਿਹਾ, ਮੈਂ ਕੱਲ ਕਹਿ ਕੇ ਆਇਆ ਸੀ ਮੰਤਰੀ ਨੂੰ ਵੀ ਆਹ ਜਿਹੜੀ ਐਡੀ ਵੱਡੀ ਫੌਜ ਭਰਤੀ ਕੀਤੀ ਹੈ ਤੁਸੀਂ ਅਫਸਰਸ਼ਾਹੀ ਦੀ, ਜਿਹਨੂੰ ਤੁਸੀਂ ਕਹਿੰਦੇ ਦੁਨੀਆ ਭਰ ਦਾ ਦਿਮਾਗ ਇਕੱਠਾ ਕੀਤਾ ਹੈ, ਇਹਨੂੰ ਲੱਖਾਂ ਰੁਪਈਆ ਤਨਖਾਹਾਂ ਦਿੰਦੇ ਹੋ, ਇਹ ਕਿਹਦੇ ਵਾਸਤੇ ਹੈ? ਇਹੀ ਤੁਹਾਨੂੰ ਗੁਣਤਰਾਂ ਪਾਉਂਦੇ ਨੇ, ਇਹੀ ਗੁਣਤਰਾਂ ਚੋਂ ਕੱਢਣਗੇ। ਸਾਡਾ ਜੀ ਕਰੇ ਅਸੀਂ ਦੱਸਾਂਗੇ, ਜੀ ਕਰੇ ਨਾ ਦੱਸਾਂਗੇ, ਪਰ ਅਸੀਂ ਇਹ ਕਾਨੂੰਨ ਵਾਪਸ ਕਰਨ ਲਈ ਤੁਹਾਨੂੰ
ਖਹਿੜਾ ਨਹੀਂ ਛੱਡਦੇ ਜਦੋਂ ਤੱਕ ਤੁਸੀਂ ਇਹ ਵਾਪਸ ਨਹੀਂ ਲੈਂਦੇ। ਪਰ ਇਹਦਾ ਹੱਲ ਵੀ ਜਿਨ੍ਹਾਂ ਨੇ ਤੁਹਾਨੂੰ ਫਸਾਇਆ ਆ ਅਫਸਰ ਬੈਠੇ ਨੇ ਤੁਹਾਡੇ ਕੋਲ, ਇਹਨਾਂ ਨੇ ਕਾਨੂੰਨ ਲਿਖੇ ਨੇ, ਇਹੀ ਹੱਲ ਦੱਸਣਗੇ। 4 ਤਾਰੀਖ ਨੂੰ ਇਸ ਮੁੱਦੇ ਤੇ ਬਹਿਸ ਹੋਏਗੀ। ਅਸੀਂ ਤੁਹਾਡੀ ਤਾਕਤ ਨਾਲ ਲੜਦੇ ਹਾਂ। ਕੋਈ ਕੁਝ ਕਹੀ ਜਾਏ, ਭਾਵੇਂ ਮੈਂ ਬਹੁਤ ਵੱਡਾ, ਮੈਂ ਤਾਂ ਇਹ ਅੱਜ ਨਹੀਂ ਹਰ ਵਾਰੀ ਤੁਹਾਡੇ ਸਾਹਮਣੇ ਇੱਕ ਬੇਨਤੀ ਕਰਦਾ ਕਿ ਆ ਜਿਹੜਾ ਐਡਾ ਵੱਡਾ ਅਡੰਬਰ ਦੁਨੀਆ ਦਾ ਕਦੇ ਕਿਸੇ ਨੇ ਦੇਖਿਆ ਨਹੀਂ। ਦਿੱਲੀ ਦੇ ਚਾਰੇ ਪਾਸੇ ਤੁਸੀਂ ਬੈਠੇ ਹੋ, ਪਟਨੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਤੁਹਾਡੇ ਭਰਾਵਾਂ ਦਾ, ਉਹਨਾਂ ਨੇ ਡਟ ਕੇ ਪੁਲਿਸ ਦੀਆਂ ਲਾਠੀਆਂ ਖਾਧੀਆਂ, ਹੱਥ ਨਹੀਂ ਚੱਕਿਆ। हैदराबाद च कल बहुत ਵੱਡਾ ਇਕੱਠ ਹੋਇਆ, ਅੱਜ ਮਨੀਪੁਰ च ਇਕੱਠ ਹੋ ਰਿਹਾ ਹੈ। तमिलनाडु च सरकार ने वाह ला ਲਈ, ਸਾਰੇ ਲੀਡਰ ਫੜ ਕੇ ਅੰਦਰ ਦੇ ਦਿੱਤੇ। ਉਹਦੇ ਬਾਵਜੂਦ ਥੰਜਾਵੁਰ ਚ, ਜਿਹਨੂੰ ਕੰਨਿਆ ਕੁਮਾਰੀ ਕਹਿੰਦੇ ਨੇ, ਉਹਦੇ ਨੇੜੇ ਲੱਖਾਂ ਕਿਸਾਨ ਇਕੱਠੇ ਹੋਏ ਤੁਹਾਡੇ ਹੱਕ ਵਿੱਚ। ਅੱਜ ਸਾਰਾ ਦੇਸ਼ ਇੱਕ ਸੂਈ ਦੇ ਇੱਕ ਨੱਕੇ ਤੇ ਲੰਘ ਗਿਆ। ਇਹ ਉੱਪਰਲੇ ਦਾ ਕੋਈ ਕ੍ਰਿਸ਼ਮਾ ਹੈ, ਅਕਾਲ ਪੁਰਖ ਦੀ ਕੋਈ ਮਿਹਰ ਹੈ। एडी वड्डी संख्या च ਇਹ ਮੰਨਣਾ ਪਏਗਾ, ਭਾਵੇਂ ਕੋਈ ਨਾਸਤਿਕ ਹੋਵੇ ਕੋਈ ਆਸਤਿਕ ਹੋਵੇ। ਮੈਂ ਇਸ ਗੱਲ ਦਾ ਧਾਰਨੀ ਹਾਂ, ਮੈਂ ਇਹ ਗੱਲ ਮੰਨ ਕੇ ਤੁਰਦਾ। ਸਵੇਰੇ ਜਦੋਂ ਉੱਠਦਾ ਅਰਦਾਸ ਕਰਦਾ ਵਾਹਿਗੁਰੂ ਅੱਗੇ, ਤਾਂ ਇੱਕੋ ਗੱਲ ਮਨ ਵਿੱਚ ਹੁੰਦੀ ਹੈ, ਇਹ ਵਾਹਿਗੁਰੂ ਇਹ ਕੀ ਅਡੰਬਰ ਤੂੰ ਰਚਿਆ, ਇਹਨੂੰ ਤੂੰ ਹੀ ਸਿਰੇ ਲਾਉਣਾ ਹੈ। मैं अपनी जिंदगी च बड़े अंदोलन लड़े भरावो, वड्डे वड्डे अंदोलन लड़े, सफल लड़े, पर आह चमत्कार मैं नहीं अपनी जिंदगी च कदे देखा। इन्ने लोग इकट्ठे होण, रहन शांतमई, और महीनों वधी तुसी लड़ो, किसी का फुल भी ना तोड़ो। तुसी अज इत्थे आके आ जिहड़े तुसी इत्थे बैठे हो, मैं आ रहा सी, सीना चौड़ा हो जाता है जदों मैनू ये खबरां मिलदियां बई हरियाणे वाले भाई जिहड़े आले दुआले बैठते ने वो तुहाडीआं सिफतां करदे नहीं थकदे। उस सरकार ने वाह ला लई हरियाणे और पंजाब वालियां नू लड़ाउण दी, SYL दा मुद्दा खड़ा करके वारे वारे जावां उन्हें भरावां दे उन्हें वगाह मारी, उन्हां दी हरियाणे वालियां दी ला के परे सुट दिते। कहता सी भरा मसा जुड़िया, खबरदार जे साडे विच कोई दुफेड़ पैदा की तो अज एक करिश्मा नहीं तो होर की है। सारे देश का किसान इको सोच लेके बह गया। मेरे कोल केड़ा जादू है, मेरे साथियों कोल केड़ा जादू है, कोई इको गल असी इथों उत्थे थंजावुर बैठे किसान नूं जिहड़ा साडी बोली भी नहीं समझदा, तामिल बोलदा है। केरला विच बैठे साडे भरा कोल जिहड़ा साडे सभ्याचार तो भी वाकफ नहीं, आंध्र प्रदेश च बैठे भरावां कोल जिहड़े तेलगू बोलते ने, सानू पता ही नहीं लगता, वो सारे इको बोली बोलते ने। उपरले दा करिश्मा है। कल नूं नवां साल चढ़ना है। मैं बड़े मान नाल इह गल हर जगह कहना, साडे बच्चियां ने, साडे नौजवानों ने बहुत बड़ा कलंक धोता पंजाबियों के सिरों, जिन्होंने बदनाम किया जाता सी। पोलीटिकल लोग हर पार्टी एक दूजे ते चिक्कड़ सट्टण दे नां ते टारगेट साडे बच्चियां नूं करदी सी। हर पोलीटिकल पार्टी कहती सी नवी पीढ़ी गई है, नशेड़ी हो गए, फलाण हो गए, ढींग हो गए। आ ट्रैफिक जो रोकते ने, मैं कोलों दी लंघदा, दिल अश अश कर उठदा है भी आ ड्यूटी साडे बच्चे ने आप सांभी है, सफाई करनी है आप सांभी है। फिर भी एक मैं चौकस करांगा अपने बच्चों नूं, सरकार ने अपनी पूरी टिल भी लाई हुई है। भावें सरकार घबराई हुई है, पर पता नहीं दुश्मन बात करे अनहोनी, ये समझ के चलना चाहिए। दुश्मन बात करे अनहोनी, जिहड़ी तुहाडे चित चेते भी नहीं हुंदी, वो किते आके उंगल लाउंदा है। चलो उत्थे आके आप पंगा खड़ा करिए, लीडरशिप देखांगे की करू।
ਚਲੋ ਆਪਾਂ ਜਾ ਕੇ ਉੱਥੇ ਬੰਦ ਕਰ ਦਈਏ, ਚਲੋ ਆਪਾਂ ਜਾ ਕੇ ਫਲਾਣਾ ਕੰਮ ਕਰ ਦਈਏ। ਇਹ ਸਾਰੀਆਂ ਗੱਲਾਂ ਮੈਂ ਔਰ ਮੇਰੇ 30-40 ਸਾਥੀ ਤਾਂ ਹਰ ਜਗ੍ਹਾ ਹਾਜ਼ਰ ਨਹੀਂ ਰਹਿ ਸਕਦੇ, ਇਹ ਤਾਂ ਜਗ੍ਹਾ ਹਾਜ਼ਰ ਨਹੀਂ ਰਹਿ ਸਕਦੇ। ਇਹ ਤਾਂ ਸਾਡਾ ਔਰ ਤੁਹਾਡਾ ਇੱਕ ਵਿਸ਼ਵਾਸ ਹੈ ਜਿਹੜਾ ਅਸੀਂ ਆਪਣੇ ਬੱਚਿਆਂ ਤੇ ਵਿਸ਼ਵਾਸ ਆਪਣੀ ਝੋਲੀ 'ਚ ਲਈ ਫਿਰਦੇ ਹਾਂ ਭਈ ਉਹ ਉਹਨਾਂ ਦੀ ਪੇਸ਼ ਨਹੀਂ ਜਾਣ ਦਿੰਦੇ, ਫਿਰ ਉਹਨਾਂ ਨੂੰ ਨਾਕਾਮ ਕਰ ਦਿੰਦੇ ਨੇ। ਇਸ ਲਈ ਅੱਜ ਦਾ ਦਿਨ ਆਮ ਤੌਰ ਤੇ ਹੁਣ ਹਿੰਦੁਸਤਾਨ 'ਚ ਨਹੀਂ ਸਾਰੀ ਦੁਨੀਆ 'ਚ ਅੱਜ ਰਾਤੀ 12 ਵਜੇ ਅਮੀਰ ਲੋਕਾਂ ਨੇ ਹੁੜਦੰਗ ਮਚਾਉਣਾ ਹੈ, ਉਹਨਾਂ ਕੋਲ ਪੈਸਾ ਹੈ, ਪਰ ਤੁਸੀਂ ਤਪੱਸਿਆ ਤੇ ਬੈਠੇ ਹੋ। ਦੇਖਿਓ ਇਹ ਤਪੱਸਿਆ ਭੰਗ ਨਾ ਹੋ ਜਾਏ। ਅੱਜ ਅੱਧੀ ਰਾਤ ਤੋਂ ਇਹ ਤਪੱਸਿਆ ਭੰਗ ਨਹੀਂ ਹੋਣੀ ਚਾਹੀਦੀ। ਹੁੜਦੰਗ ਵਾਲਿਆਂ ਨੂੰ ਹੁੜਦੰਗ ਮਚਾਉਣ ਦਿਓ। ਤੁਸੀਂ ਉੱਪਰਲੇ ਦੇ ਉਹਦੇ ਇਸ਼ਾਰਿਆਂ ਤੇ ਇੱਥੇ ਬੈਠੇ ਹੋ, ਉਹਦੀ ਧਾਰਨਾ ਨੂੰ ਸੇਕ ਨਹੀਂ ਲੱਗਣਾ ਚਾਹੀਦਾ। ਸ਼ਾਂਤੀ ਨਾਲ ਰਹਿਣਾ, ਸ਼ਾਂਤੀ ਨਾਲ 2021 ਚ ਪੈਰ ਰੱਖਣਾ ਔਰ ਸ਼ਾਂਤੀ ਨਾਲ 4 ਦਿਨ ਬਾਅਦ ਇਹ ਅੰਦੋਲਨ ਦੀ ਜਿੱਤ ਵੱਲ ਵਧਣਾ। ਮੈਂ ਇੱਕ ਗੱਲ ਭਰਾਵੋ ਤੁਹਾਡੇ ਸਿਰ ਤੇ ਦਾਅਵੇ ਨਾਲ ਕਹਿ ਸਕਦਾ, ਇੱਕ ਗੱਲ ਮੈਂ ਤੁਹਾਡੇ ਸਿਰ ਤੇ ਦਾਅਵੇ ਨਾਲ ਕਹਿ ਸਕਦਾ, ਤੁਹਾਡਾ ਐਡਾ ਵੱਡਾ ਅਸਾਸਾ ਜਿਹਨੇ ਮੋਦੀ ਦਾ ਸਾਰਾ ਤੰਤਰ ਹਿਲਾ ਕੇ ਰੱਖ ਦਿੱਤਾ, ਤੁਹਾਡਾ ਸ਼ਾਂਤਮਈ ਅੰਦੋਲਨ ਹੈ। ਇਹ ਮੇਨਟੇਨ ਰੱਖਿਆ, ਮੋਦੀ ਦੇ ਪੁਰਖੇ ਵੀ ਗਾਂ ਤਾਂ ਤੁਹਾਡੇ ਨਾਲ ਲੜਾਈ ਨਹੀਂ ਪਾਉਣਗੇ। ਇਹ ਮੈਂ ਸਾਫ਼ ਕਰਦਾ, ਹੁਣ ਦੀ ਤਾਂ ਗੱਲ ਦੂਰ ਦੀ ਰਹੀ, ਆਹ ਤਾਂ ਮੋਰਚਾ ਜਿੱਤਾਂਗੇ। ਮੋਦੀ ਦੇ ਪੁਰਖੇ ਵੀ ਅੱਗੋਂ ਤੋਂ ਇਹੀ ਜੀ ਲੜਾਈ ਤੁਹਾਡੇ ਨਾਲ ਨਹੀਂ ਪਾਉਣਗੇ। ਉਹਨਾਂ ਨੂੰ ਪਤਾ ਲੱਗ ਗਿਆ ਵੀ ਕਿਸਾਨ ਕੀ ਹੁੰਦੇ ਨੇ, ਉਹਨਾਂ ਨੂੰ ਪਤਾ ਲੱਗ ਗਿਆ ਕਿਸਾਨ ਕੁਰਬਾਨੀ ਦੇਣ ਜਾਣਦੇ ਨੇ। ਇੱਕ ਪਾਸੇ ਕਹੀ ਜਾਓ ਅੰਨ ਦੇਵਤਾ, ਅੰਨ ਦੇਵਤਾ, ਇੱਕ ਪਾਸੇ ਕਹੀ ਜਾਓ ਵੀ ਦੇਸ਼ ਦਾ ਅਰਥਚਾਰਾ ਕੋਵਿਡ ਨਾਲ ਡੁੱਬ ਗਿਆ ਸੀ, ਇੰਡਸਟਰੀ ਬੰਦ ਸੀ, ਬਾਜ਼ਾਰ ਬੰਦ ਸੀ, ਬਚਾਇਆ ਤਾਂ ਕਿਸਾਨਾਂ ਨੇ ਬਚਾਇਆ। ਦੂਏ ਪਾਸੇ ਕਿਸਾਨਾਂ ਦੇ ਜੜਾਂ 'ਚ ਦਾਤੀ ਫੇਰੀ ਜਾਓ। ਇਹ ਦੋ ਗੱਲਾਂ ਕੁਦਰਤ ਬਰਦਾਸ਼ਤ ਨਹੀਂ ਕਰਦੀ। ਕੁਦਰਤ ਇਹ ਬਰਦਾਸ਼ਤ ਨਹੀਂ ਕਰਦੀ। ਜਦੋਂ ਬਹੁਤ ਅੱਤ ਹੋ ਜਾਏ ਤਾਂ ਕੁਦਰਤ ਉਹਦਾ ਇਲਾਜ ਲੱਭ ਲੈਂਦੀ ਹੈ। ਉਹ ਇਲਾਜ ਆ ਤੁਸੀਂ ਬੈਠੇ ਹੋ। ਤਾਂ ਮੈਂ ਤੁਹਾਨੂੰ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਇਹੀ ਸਨਿਮਰ ਬੇਨਤੀ ਕਰਨੀ ਹੈ, ਅਸੀਂ ਜੇ ਲੜ ਰਹੇ ਹਾਂ ਸਰਕਾਰ ਨਾਲ ਤਾਂ ਤੁਹਾਡੇ ਦਿੱਤੇ ਥਾਪੜੇ ਨਾਲ ਲੜ ਰਹੇ ਹਾਂ। ਜੇ ਅਸੀਂ ਲੜ ਰਹੇ ਹਾਂ, ਅੰਦੋਲਨ ਕਦੇ ਨਾ ਚੱਲਿਆ, ਵਾਹਿਗੁਰੂ ਕਰੇ ਕੱਲ ਨੂੰ ਵਾਹਿਗੁਰੂ ਇਹ ਚਲਾ ਦੇ ਤਾਂ ਕਹਿ ਨਹੀਂ ਸਕਦਾ ਮੈਂ, ਨਹੀਂ ਮਨੁੱਖ ਦੇ ਵਾਸ ਦਾ ਰੋਗ ਨਹੀਂ, ਇਹੋ ਜਿਹਾ ਅੰਦੋਲਨ ਨਹੀਂ ਚੱਲੇਗਾ ਕਦੇ। ਮੈਂ ਨਹੀਂ ਮਨੁੱਖ ਦੇ ਵਾਸ ਦਾ ਰੋਗ ਨਹੀਂ, ਇਹੋ ਜਿਹਾ ਅੰਦੋਲਨ ਨਹੀਂ ਚੱਲੇਗਾ ਕਦੇ। ਤੁਹਾਨੂੰ ਪਤਾ ਹੈ ਸਾਡੇ ਕੋਲ ਖਬਰਾਂ ਆਉਂਦੀਆਂ ਰਹਿੰਦੀਆਂ, ਅਫਰੀਕਾ 'ਚ ਕਾਲੇ ਵਸਦੇ ਕਿਸਾਨ ਕੋਲ ਖਬਰਾਂ ਆਉਂਦੀਆਂ ਰਹਿੰਦੀਆਂ, ਅਫਰੀਕਾ 'ਚ ਕਾਲੇ ਵਸਦੇ ਕਿਸਾਨ, ਉਹ ਤੁਹਾਡੇ ਵਰਗੇ ਛੋਟੇ ਜ਼ਮੀਨਾਂ ਦੇ ਮਾਲਕ ਨੇ। ਉੱਥੇ ਉਥਲ ਪੁਥਲ ਹੋ ਗਈ। ਉਹ ਕਹਿੰਦੇ ਵੀ ਹਿੰਦੁਸਤਾਨ 'ਚ ਕਿਸਾਨਾਂ ਨੇ ਸਾਰੀ ਦੁਨੀਆ ਨੂੰ ਨਵਾਂ ਰਸਤਾ ਦਿਖਾਤਾ, ਅਸੀਂ ਕੀ ਸੋਚਦੇ ਹਾਂ, ਸਾਡਾ ਸ਼ੋਸ਼ਣ ਕਿਉਂ ਹੋ ਰਿਹਾ। ਉੱਥੇ ਵੀ ਅੰਦੋਲਨ ਜਨਮ ਲੈਣ ਲੱਗਿਆ। ਇਹ ਤੁਹਾਡੇ ਇਸ ਅੰਦੋਲਨ ਨੇ ਸਾਰੀ ਦੁਨੀਆ ਵਿੱਚ ਪਤਾ ਨਹੀਂ ਕੀ ਕੁਝ ਕੀਤਾ ਹੈ। ਤੋ ਇਸ ਲਈ ਬਹੁਤ ਵੱਡੀ ਤੁਹਾਡੀ ਪ੍ਰਾਪਤੀ ਇਹ ਹੈ ਭਈ ਅਕਾਲ ਪੁਰਖ ਤੁਹਾਡੇ ਵਿੱਚ ਵਸਦਾ। ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਅਕਾਲ ਪੁਰਖ ਤੁਹਾਡੇ ਚ ਸਿਰਾਂ ਤੇ ਹੱਥ ਰੱਖਿਆ ਅਕਾਲ ਪੁਰਖ ਨੇ, ਤਾਂ ਐਡਾ ਵੱਡਾ ਇਹ ਅੰਦੋਲਨ ਜਿਹੜਾ ਹੈ ਇਹ ਸਫਲਤਾ ਵੱਲ ਵਧ ਰਿਹਾ ਹੈ। ਵਾਹਿਗੁਰੂ ਮਿਹਰ ਕਰੇ, ਬਹੁਤ ਜਲਦੀ ਤੁਸੀਂ ਜਿੱਤ ਕੇ ਜਿੱਤ ਦੀ ਖੁਸ਼ੀ 'ਚ ਆਪਣੇ ਘਰਾਂ ਨੂੰ ਜਾਓਗੇ। ਇਹਨੂੰ ਮੇਨਟੇਨ ਰੱਖਿਓ, ਸ਼ਾਂਤੀ ਮੇਨਟੇਨ ਰੱਖਿਓ। ਆਪਣੇ ਬੱਚਿਆਂ ਨੂੰ ਕਹੋ ਉਹ ਕੰਟਰੋਲ ਰੱਖਣ। ਸੈਲਫ ਕੰਟਰੋਲ ਬਹੁਤ ਵੱਡੀ ਤਾਕਤ ਹੁੰਦੀ ਹੈ। ਜੇ ਇਸ ਤਾਕਤ ਨੂੰ ਸੰਭਾਲ ਲਿਆ, ਕੋਈ ਕਿਸੇ ਦੀ ਹਿੰਮਤ ਨਹੀਂ ਤੁਹਾਨੂੰ ਹਰਾ ਸਕੇ। ਇੰਨਾ ਕਹਿੰਦਾ ਫਿਰ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਧੰਨਵਾਦ। ਸਾਰੀਆਂ ਭੈਣਾਂ ਬੀਬੀਆਂ ਜਿਹੜੀਆਂ ਇੱਥੇ ਸਾਡੀਆਂ ਇੱਥੇ ਪੰਜਾਬ ਅੰਦੋਲਨ ਨੂੰ ਸਫਲ ਕਰਨ ਵੱਲ ਅੱਗੇ ਵਧਾਵੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਅਤੇ ਅੱਜ ਦੇ ਇਸ ਪ੍ਰੋਗਰਾਮ 'ਚ ਪਹੁੰਚੇ ਬਜ਼ੁਰਗੋ, ਬੱਚਿਓ, ਨੌਜਵਾਨ ਸਾਥੀਓ, ਭੈਣੋ, ਕੱਲ ਕੇਂਦਰ ਸਰਕਾਰ ਨਾਲ ਗੱਲਬਾਤ ਹੋਈ ਹੈ। ਤੁਹਾਨੂੰ ਕੁਝ ਬੁਲਾਰੇ ਇੱਥੇ ਦੱਸ ਕੇ ਗਏ ਹੋਣਗੇ। 4 ਮੁੱਖ ਮਸਲੇ ਆਪਾਂ ਨੇ ਕੇਂਦਰ ਸਰਕਾਰ ਦੇ ਸਾਹਮਣੇ ਰੱਖੇ ਸੀ। ਮੈਂ ਆਪਣੀ ਗਲਤੀ ਮੰਨਦਾ ਹਾਂ ਜੇ ਮੈਂ ਦੁਹਰਾ ਰਿਹਾ, ਲੇਕਿਨ ਫਿਰ ਵੀ ਮੈਂ ਦੱਸਣਾ ਚਾਹੁੰਦਾ ਇਹ 4 ਦੇ ਵਿੱਚੋਂ ਪਹਿਲਾ ਮਸਲਾ ਸੀ ਕਿ 3 ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਦੂਜਾ ਮਸਲਾ ਸੀ ਕਿ ਸਾਡੀਆਂ ਜਿਨਸਾਂ ਦੇ ਭਾਅ ਲਾਗਤਾਂ ਉੱਤੇ 50% ਪਾ ਕੇ ਇਹਦਾ ਸਾਨੂੰ ਕਾਨੂੰਨੀ ਹੱਕ ਦਿੱਤਾ ਜਾਵੇ ਤੇ ਖਰੀਦ ਦੀ ਗਰੰਟੀ ਕੀਤੀ ਜਾਵੇ। ਸਾਰੇ ਕਿਸਾਨਾਂ ਨੂੰ ਸਾਰੀਆਂ ਫਸਲਾਂ ਤੇ ਘੱਟੋ ਘੱਟ ਸਮਰਥਨ ਮੁੱਲ ਦਿੱਤਾ ਜਾਵੇ। ਤੀਸਰਾ ਸੀ ਕਿ ਬਿਜਲੀ ਬਿੱਲ 2020 ਜਿਹਦੇ ਖਿਲਾਫ ਵੱਖ-ਵੱਖ ਸੂਬਿਆਂ ਦੇ ਅੰਦਰ ਬਿਜਲੀ ਦੇ ਮੁਲਾਜ਼ਮ, ਕਿਸਾਨ, ਮਜ਼ਦੂਰ ਤੇ ਆਮ ਲੋਕ ਲੜ ਰਹੇ ਨੇ ਕਿਉਂਕਿ ਬਿਜਲੀ ਦੇ ਉੱਤੇ ਖਰਚੇ ਵੱਧ ਪਾ ਕੇ ਸਬਸਿਡੀਆਂ ਬੰਦ ਕਰਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਣਾ ਸੀ। ਉਹ ਬਿਜਲੀ ਬਿੱਲ 2020 ਜਿਹਨੇ ਆਉਣ ਵਾਲੇ ਸਮੇਂ 'ਚ ਕਾਨੂੰਨ ਬਣਨਾ ਸੀ, ਉਸ ਨੂੰ ਰੱਦ ਕੀਤਾ ਜਾਵੇ। ਤੇ ਤੀਸਰਾ ਜਿਹੜਾ ਆਰਡੀਨੈਂਸ ਦਾ ਐਲਾਨ ਕਰਕੇ ਕੇਂਦਰ ਸਰਕਾਰ ਨੇ ਦਿੱਲੀ ਤੇ ਇਹਦੇ ਆਲੇ ਦੁਆਲੇ ਸੂਬਿਆਂ ਦੇ ਅੰਦਰ ਹਵਾ ਦੀ ਜਿਹੜੀ ਕੁਆਲਿਟੀ ਹੈ ਉਹਨੂੰ ਮੇਨਟੇਨ ਕਰਨ ਵਾਸਤੇ ਭੱਠਿਆਂ ਦੇ ਨਾਲ, ਕਾਰਾਂ ਦੇ ਨਾਲ, ਦੂਜੇ ਪ੍ਰਦੂਸ਼ਣ ਦੇ ਨਾਲ ਕਿਸਾਨਾਂ ਨੂੰ ਵੀ ਉਹਦੇ ਵਿੱਚ ਰੱਖਿਆ ਸੀ। ਤੇ ਕਿਸਾਨਾਂ ਨੂੰ ਇਹ ਸੀ ਕਿ ਕੋਈ ਵੀ ਜਿਹੜਾ ਪ੍ਰਦੂਸ਼ਣ ਕਰਨ ਦੇ ਵਿੱਚ ਆਪਣੀ ਭੂਮਿਕਾ ਨਿਭਾਊਗਾ ਉਸ ਨੂੰ 1 ਕਰੋੜ ਰੁਪਇਆ ਜੁਰਮਾਨਾ ਤੇ 5 ਸਾਲ ਦੀ ਸਜ਼ਾ ਹੋਊਗੀ। ਸੋ ਇਹਨਾਂ 4 ਦੇ ਵਿੱਚੋਂ ਬਿਜਲੀ ਬਿੱਲ 2020 ਕੇਂਦਰ ਸਰਕਾਰ ਨੇ ਮੰਨ ਲਿਆ ਕਿ ਅਸੀਂ ਇਹ ਰੱਦ ਕਰਦੇ ਹਾਂ, ਅਸੀਂ ਇਹ ਵਾਪਸ ਲੈਂਦੇ ਹਾਂ। ਇਹਦੇ ਨਾਲ ਜਿਹੜਾ ਸੀ ਪ੍ਰਦੂਸ਼ਣ ਵਾਲਾ ਆਰਡੀਨੈਂਸ, ਉਹ ਆਰਡੀਨੈਂਸ ਦੇ ਵਿੱਚੋਂ ਕੇਂਦਰ ਸਰਕਾਰ ਨੇ ਮੰਨ ਲਿਆ ਕੱਲ ਕਿ ਅਸੀਂ ਕਿਸਾਨਾਂ ਨੂੰ ਕੋਈ 1 ਕਰੋੜ ਰੁਪਏ ਜੁਰਮਾਨਾ ਜਾਂ ਕਿਸਾਨਾਂ ਨੂੰ ਦੋਸ਼ੀ ਠਹਿਰਾਉਣਾ ਪ੍ਰਦੂਸ਼ਣ ਵਾਸਤੇ ਜਾਂ ਉਹਨਾਂ ਨੂੰ 5 ਸਾਲ ਦੀ ਸਜ਼ਾ, ਇਹ ਜਿਹੜਾ ਹਿੱਸਾ ਇਹ ਉਸ ਆਰਡੀਨੈਂਸ ਦੇ ਵਿੱਚੋਂ ਕੱਢਣ ਵਾਸਤੇ ਤਿਆਰ ਹੈ, ਉਹ ਕੱਢ ਲਿਆ ਗਿਆ। ਸੋ ਕੱਲ ਦੀ ਗੱਲਬਾਤ ਦੇ ਵਿੱਚ ਤੁਹਾਡੇ ਆਗੂ ਜੋ ਗਏ ਸੀ ਉਹਨਾਂ ਨੇ 4 ਮਸਲਿਆਂ ਤੇ ਗੱਲਬਾਤ ਕੀਤੀ। ਪਹਿਲੇ ਮਸਲੇ ਤੇ ਸਾਡਾ ਗੱਲਬਾਤ ਟੁੱਟ ਗਈ। ਗੱਲਬਾਤ ਟੁੱਟ ਗਈ ਮਤਲਬ ਗੱਲਬਾਤ ਹੋਈ ਲੰਬੀ, ਲੇਕਿਨ ਅਸੀਂ ਇਸ ਸਿੱਟੇ ਤੇ ਪਹੁੰਚੇ ਕਿ ਇਹਦੇ ਤੇ ਕੇਂਦਰ ਸਰਕਾਰ ਤੇ ਸਾਡੀਆਂ ਯੂਨੀਅਨਾਂ, ਸਾਡੇ ਕਿਸਾਨਾਂ ਦੇ ਵਿੱਚ ਕੋਈ ਸਮਝੌਤਾ ਨਹੀਂ ਬਣ ਰਿਹਾ। ਦੂਜਾ ਕਿਉਂ ਨਹੀਂ ਬਣ ਰਿਹਾ ਤੁਸੀਂ ਜਾਣਦੇ ਹੋ, ਕਿਉਂਕਿ ਅਸੀਂ ਇਹ ਤੈਅ ਕੀਤਾ ਹੋਇਆ ਕਿ ਜਦੋਂ ਤੱਕ ਇਹ 3 ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਅਸੀਂ ਘਰਾਂ ਨੂੰ ਵਾਪਸ ਨਹੀਂ ਜਾਵਾਂਗੇ। ਦੂਸਰਾ, ਘੱਟੋ ਘੱਟ ਸਮਰਥਨ ਮੁੱਲ ਦਾ ਜਿਹੜਾ ਫਾਰਮੂਲਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ, ਜਿਹਨੂੰ ਸਵਾਮੀਨਾਥਨ ਕਮਿਸ਼ਨ ਦਾ ਫਾਰਮੂਲਾ ਵੀ ਕਿਹਾ ਜਾਂਦਾ, ਜਦੋਂ ਤੱਕ ਸਰਕਾਰ ਉਹ ਨਹੀਂ ਮੰਨਦੀ ਲਾਗੂ ਕਰਨ ਵਾਸਤੇ, ਕਿਵੇਂ? ਉਹ ਹੈ ਕਿ ਸਰਕਾਰ ਪਾਰਲੀਮੈਂਟ ਦੇ ਵਿੱਚ ਇੱਕ ਬਿੱਲ ਪਾਸ ਕਰੇ, ਕਾਨੂੰਨ ਬਣਾਵੇ ਤਾਂ ਜੋ ਕਿਸੇ ਦੀ ਅਗਰ ਬਿਹਾਰ ਦੇ ਕਿਸੇ ਕਿਸਾਨ ਦਾ ਝੋਨਾ ਅਗਰ 900 ਰੁਪਏ ਖਰੀਦਿਆ ਜਾਂਦਾ ਹੈ, ਅਗਰ ਪੰਜਾਬ ਦੀ ਮੱਕੀ ਕਿਸੇ ਕਿਸਾਨ ਦੀ 1850 ਦੀ ਬਗੈਰ 850 ਖਰੀਦੀ ਜਾਂਦੀ ਹੈ ਤਾਂ ਉਹ ਏਜੰਸੀ ਜਾਂ ਉਹ ਜਿਹੜਾ ਵਪਾਰੀ ਹੈ ਉਹਦੇ ਖਿਲਾਫ ਇਸ ਕਾਨੂੰਨ ਦੇ ਮੁਤਾਬਕ ਪਰਚਾ ਦਰਜ ਹੋਵੇ। ਸੋ ਇਹ 2 ਮੁੱਦਿਆਂ ਨੂੰ ਲੈ ਕੇ ਰੇੜਕਾ ਅਜੇ ਜਾਰੀ ਹੈ। ਭਰਾਵੋ, ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਕੱਲ ਪੂਰੇ ਦੇਸ਼ ਦੇ ਅੰਦਰ ਅੰਦੋਲਨ ਫੈਲ ਰਿਹਾ ਹੈ। ਪਰਸੋਂ ਦੀ ਗੱਲ ਹੈ, ਬਿਹਾਰ ਦੇ ਵਿੱਚ 20-25 ਹਜ਼ਾਰ ਕਿਸਾਨਾਂ ਨੇ ਮੁਜ਼ਾਹਰਾ ਕੀਤਾ, ਲਾਠੀ ਚਾਰਜ ਹੋਇਆ, ਗਵਰਨਰ ਹਾਊਸ ਘੇਰਨ ਜਾ ਰਹੇ ਸੀ। ਪਰਸੋਂ ਹੀ ਤਾਮਿਲਨਾਡੂ ਦੇ ਥੰਜਾਵਰ ਸ਼ਹਿਰ ਦੇ ਵਿੱਚ ਹਜ਼ਾਰਾਂ ਕਿਸਾਨਾਂ ਨੇ ਆਪਣੇ ਇਸ ਅੰਦੋਲਨ ਦੇ ਵਿੱਚ ਸ਼ਿਰਕਤ ਕੀਤੀ। ਕੱਲ ਤ੍ਰਿਪੁਰਾ ਦੀ, ਮਨੀਪੁਰ ਦੀ ਰਾਜਧਾਨੀ ਇੰਫਲ ਦੇ ਵਿੱਚ ਵੱਡਾ ਮੁਜ਼ਾਹਰਾ ਹੋਇਆ ਤੇ ਨਾਲ ਹੈਦਰਾਬਾਦ ਦੇ ਅੰਦਰ ਕੱਲ ਹਜ਼ਾਰਾਂ ਕਿਸਾਨਾਂ ਨੇ, ਤਾਮਿਲਨਾਡੂ ਦੇ ਅੰਦਰ ਬਹੁਤ ਵੱਡਾ ਮੁਜ਼ਾਹਰਾ ਹੋਇਆ। ਕਿਉਂ? ਕਿਉਂਕਿ ਸਾਰੇ ਦੇਸ਼ ਦੇ ਕਿਸਾਨਾਂ ਨੇ ਇਹ ਤੈਅ ਕਰ ਲਿਆ ਹੋਇਆ ਔਰ ਮੈਂ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਜੋ ਤੈਅ ਕੀਤਾ ਉਹ ਤੁਹਾਡੇ ਨਾਲ ਹੁਣ ਸਾਂਝਾ ਕਰਨਾ ਚਾਹੁੰਦਾ। ਸਾਡੇ ਸੱਦੇ ਦੇ ਉੱਤੇ ਪੰਜਾਬ ਅਤੇ ਹਰਿਆਣਾ ਦੇ ਸਾਰੇ ਟੋਲ ਪਲਾਜ਼ੇ ਖੁੱਲੇ ਨੇ। ਨੰਬਰ 1, ਸਾਡੀਆਂ ਜਥੇਬੰਦੀਆਂ ਨੇ ਸੱਦਾ ਦਿੱਤਾ, ਤੁਸੀਂ ਅਡਾਨੀ ਦੀ ਇੱਕ ਪ੍ਰੋਡਕਟ ਹੈ, ਇੱਕ ਕਹ ਲਓ ਚੀਜ਼ ਹੈ,
ਉਹਨੂੰ ਕਹਿੰਦੇ ਨੇ ਫੋਰਚੂਨ ਤੇਲ, ਘਿਓ, ਆਟਾ, ਬੇਸਣ, ਸੂਜੀ, ਬਹੁਤ ਕੁਛ ਹੈ ਅਡਾਨੀ ਦਾ ਬਣਿਆ ਹੋਇਆ। ਔਰ ਅਡਾਨੀ ਮੋਦੀ ਦਾ ਇੱਕ ਖਾਸ ਪਿਆਰਾ ਬੰਦਾ, ਵੱਡਾ ਘਰਾਣਾ ਹੈ। ਅਸੀਂ ਸੱਦਾ ਦਿੱਤਾ ਕਿ ਅਡਾਨੀ ਦੀਆਂ ਸਾਰੇ ਜਿਵੇਂ ਉਹਦੇ ਵੱਡੇ ਵੱਡੇ ਗੋਡਾਊਨ ਨੇ, ਜਿਵੇਂ ਉਸ ਦੇ ਇਹ ਪੈਦਾਵਾਰ ਕੀਤੀਆਂ ਨੇ ਜਿਹੜੀਆਂ ਉਹ ਕਰਦਾ, ਅਸੀਂ ਸੱਦਾ ਦਿੱਤਾ, ਤੁਸੀਂ ਵੀ ਸੁਣ ਲਓ ਚੰਗੀ ਤਰ੍ਹਾਂ ਕਿ ਅਡਾਨੀ ਦੀ ਫਾਰਚੂਨ ਨਾਂ ਦੀ ਕੋਈ ਵੀ ਚੀਜ਼ ਹੈ ਜਿਹੜੀ ਉਹ ਜਿਹੜੀਆਂ ਵੱਡੀਆਂ ਮਾਲਾਂ ਨੇ ਜਾਂ ਦੁਕਾਨਾਂ ਨੇ ਉਹਦੇ ਵਿੱਚੋਂ ਕਿਸੇ ਨੇ ਨਹੀਂ ਖਰੀਦਣੀ। ਤੇ ਹੌਲੀ ਹੌਲੀ ਸਾਰੀਆਂ ਮਾਲਾਂ ਨੇ ਜਿਹੜੀਆਂ ਉਹਦੇ ਵਿੱਚੋਂ ਅਡਾਨੀ ਦੀ ਪੈਦਾ ਕੀਤੀਆਂ ਹੋਈਆਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਬਾਹਰ ਕਢਾ ਕੇ ਉਹਨਾਂ ਨੂੰ ਰੱਦੀ ਨਾਲਿਆਂ ਦੇ ਵਿੱਚ ਸਿੱਟ ਦਿਓ। ਇਸ ਦੇ ਨਾਲ ਹੀ ਜਦੋਂ ਅਸੀਂ ਅੱਗੇ ਗੱਲ ਕਰਦੇ ਆ ਕਿ ਇਹਨਾਂ ਦੇ ਜਿਹੜੇ ਵੱਡੇ ਵੱਡੇ ਗੋਡਾਊਨ ਨੇ, ਉੱਥੇ ਕਣਕ ਰੱਖੀ ਹੈ, ਉੱਥੇ ਹੋਰ ਚੀਜ਼ਾਂ ਰੱਖੀਆਂ ਨੇ। ਅਸੀਂ ਪੰਜਾਬ ਦੇ ਅੰਦਰ ਉਦੋਂ ਤੋਂ 1 ਅਕਤੂਬਰ ਤੋਂ ਲੈ ਕੇ ਅੱਜ ਤੱਕ ਅਡਾਨੀ ਦਾ ਸਿਆਲੋ ਜਿਹੜਾ ਮੋਗੇ ਦੇ ਕੋਲ ਹੈ ਉਹਨੂੰ ਬੰਦ ਕੀਤਾ ਹੋਇਆ ਹੈ। ਨਾਲ ਦੀ ਨਾਲ ਰਿਲਾਇੰਸ ਅੰਬਾਨੀ ਦਾ ਬਹੁਤ ਕੁਛ ਹੈ। ਉਹਨਾਂ ਦੇ ਰਿਲਾਇੰਸ ਮਾਲ ਨੇ, ਜੀਓ ਸਿਮ ਨੇ, ਉਹਨਾਂ ਦੇ ਪੈਟਰੋਲ ਪੰਪ ਨੇ, ਉਹਨਾਂ ਦੀਆਂ ਹੋਰ ਬਹੁਤ ਸਾਰੀਆਂ ਪੈਦਾਵਾਰਾਂ ਨੇ, ਉਹਨਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੋਇਆ ਹੈ। ਅਗਲੀ ਗੱਲ ਕਿ ਇਹ ਸਰਕਾਰ ਜਿਹੜੀ ਦਿੱਲੀ 'ਚ ਬੈਠੀ ਹੈ ਇਹਦੀ ਅਗਵਾਈ ਕਰ ਰਹੀ ਹੈ ਬੀਜੇਪੀ, ਇਹਦੇ ਨਾਲ ਕਈ ਹੋਰ ਪਾਰਟੀਆਂ ਨੇ। ਅਸੀਂ ਸੱਦਾ ਦਿੱਤਾ ਹੋਇਆ ਸ਼ੁਰੂ ਤੋਂ ਕਿ ਬੀਜੇਪੀ ਤੇ ਉਸ ਦੀਆਂ ਭਾਈਵਾਲ ਪਾਰਟੀਆਂ, ਅਕਾਲੀ ਦਲ ਬਾਦਲ ਨੇ ਪੰਜਾਬ ਦੇ ਵਿੱਚ ਐਨਡੀਏ ਨੂੰ ਛੱਡਿਆ, ਜੇਜੇਪੀ ਤੇ ਜ਼ੋਰ ਲੱਗਿਆ ਹੋਇਆ ਸਾਡਾ ਹਰਿਆਣਾ 'ਚ ਹਨੂਮਾਨ ਬੈਣੀਵਾਲ ਐਮਪੀ ਰਾਜਸਥਾਨ ਦਾ, ਉਹ ਐਨਡੀਏ ਨੂੰ ਛੱਡ ਕੇ ਕਿਸਾਨਾਂ ਨੂੰ ਨਾਲ ਲੈ ਕੇ ਜੈਪੁਰ ਦਿੱਲੀ ਹਾਈਵੇ ਤੇ ਬਹਿ ਗਿਆ। यूपी ਦੇ ਇੱਕ ਐਮਐਲਏ ਨੇ ਰਿਜ਼ਾਈਨ ਕਰਤਾ। ਔਰ ਆਪਣਾ ਜ਼ੋਰ ਇਹ ਲੱਗਣਾ ਚਾਹੀਦਾ ਹੈ ਕਿ ਬੀਜੇਪੀ ਅਤੇ ਉਸ ਦੀਆਂ ਭਾਈਵਾਲ ਪਾਰਟੀਆਂ ਜਿਹੜੀਆਂ ਨੇ ਉਹ ਕੇਂਦਰ ਸਰਕਾਰ ਤੇ ਜੱਫਾ ਮਾਰੀ ਬੈਠੀਆਂ ਨੇ। ਜਦੋਂ ਤੱਕ ਆ ਕਿਸਾਨ ਪੂਰੇ ਦੇਸ਼ ਦੇ ਵਿੱਚ ਉਬਾਲਾ ਲੈ ਰਹੇ ਨੇ, ਅੰਗੜਾਈ ਲੈ ਰਹੇ ਨੇ, ਦਿੱਲੀ ਨੂੰ 5 ਨਾਕਿਆਂ ਦੇ ਉੱਤੋਂ ਘੇਰਿਆ ਹੋਇਆ। ਸਾਰੇ ਦੇਸ਼ ਦੇ ਅੰਦਰ ਕਿਸਾਨ ਨੇ ਜਿਹੜੇ ਅੱਡੋ ਅੱਡ ਮੋਰਚੇ ਬਣਾ ਕੇ ਉਹ ਲੜ ਰਹੇ ਨੇ, ਨੌਜਵਾਨ ਤੇ ਵਿਦਿਆਰਥੀ ਸਾਡੇ ਹੱਕ 'ਚ ਆ ਰਹੇ ਨੇ। ਅਸੀਂ ਸੱਦਾ ਦਿੱਤਾ ਸੀ ਪੰਜਾਬ ਤੇ ਹਰਿਆਣਾ ਉਹ ਸੂਬਾ ਹੈ ਜਿਹਦੇ ਉੱਤੋਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਅੰਦਰ ਲੋਕ ਇੱਥੇ ਹੀ ਨਹੀਂ ਆ ਰਹੇ ਬਲਕਿ ਆਪੋ ਆਪਣੇ ਇਲਾਕਿਆਂ ਦੇ ਵਿੱਚ ਉਹ ਸੰਘਰਸ਼ ਕਰ ਰਹੇ ਨੇ। ਸੋ ਭਰਾਵੋ, ਅਸੀਂ ਕਈ ਵਾਰੀ ਅੱਜ ਵੀ ਸੱਦਾ ਦਿੰਦੇ ਆ ਕਿ ਪੰਜਾਬ ਹਰਿਆਣੇ ਦੇ ਹਰ ਪਿੰਡ ਦੇ ਵਿੱਚੋਂ ਬੱਸਾਂ ਭਰ ਕੇ ਦਿੱਲੀ ਵੱਲ ਮਾਰਚ ਕਰੋ, ਕਿਉਂਕਿ ਕੱਲ ਦੀ ਗੱਲਬਾਤ ਆ ਮੈਂ ਸਪਸ਼ਟ ਗਵਾਹ ਹਾਂ। ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਸਾਡੀ ਗਰਦਨ ਦੇ ਆਲੇ ਦੁਆਲੇ ਮੋਦੀ ਸਾਹਿਬ ਤੇ ਅਮਿਤ ਸ਼ਾਹ ਦੀ ਰੱਸੀ ਹੈ, ਉਹਨਾਂ ਦੀ ਗਰਦਨ ਦੇ ਆਲੇ ਦੁਆਲੇ ਸਾਡੀ ਰੱਸੀ ਹੈ। ਭਾਵ ਮੇਰਾ ਇਹ ਹੈ ਕਿ ਉਹਨਾਂ ਦੇ ਉੱਤੇ ਸਾਡਾ ਪ੍ਰੈਸ਼ਰ ਹੈ, ਸਾਡੇ ਉੱਤੇ ਉਹਨਾਂ ਦਾ ਪ੍ਰੈਸ਼ਰ ਹੈ। ਅਸੀਂ ਪ੍ਰੈਸ਼ਰ ਵਧਾ ਰਹੇ ਹਾਂ ਔਰ ਲਗਾਤਾਰ ਇਹ ਵੱਧਦਾ ਜਾ ਰਿਹਾ ਹੈ। ਮੈਂ ਸੱਦਾ ਦਿੰਦਾ ਕਿ ਇਸ ਪ੍ਰੈਸ਼ਰ ਨੂੰ ਆ ਦੁੱਗਣਾ ਤਿੱਗਣਾ ਹੋਰ ਕਰੀਏ। ਸਰਕਾਰ 1 ਇੰਚ ਵੀ ਹਜੇ ਪਿੱਛੇ ਨਹੀਂ ਹਿੱਲਣ ਦਾ ਆਪਣਾ ਇਰਾਦਾ ਨਹੀਂ ਪ੍ਰਗਟ ਕਰ ਰਹੀ। ਕੱਲ ਬਹਿਸ ਹੋਈ ਹੈ ਜਦੋਂ ਉਹਨਾਂ ਨੇ ਸਾਡੇ ਨਾਲ ਸ਼ੁਰੂ ਦੇ ਪਹਿਲੇ ਗੇੜ ਦੇ ਵਿੱਚ ਬਹਿਸ ਕੀਤੀ। ਅਸੀਂ ਉਹਨਾਂ ਨੂੰ ਕਿਹਾ ਵੀ ਸਾਰੇ ਹਾਈ ਕੋਰਟ ਦੇ ਰਿਟਾਇਰਡ ਜੱਜ, ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਦੇ ਵਕੀਲ, ਸਾਰੇ ਸੂਬਿਆਂ ਦੀਆਂ ਬਾਰ ਐਸੋਸੀਏਸ਼ਨਾਂ ਦੇ ਵਕੀਲਾਂ ਨੇ ਕਿਹਾ ਵੀ ਇਹ ਕਾਨੂੰਨ ਦੇਸ਼ ਮਾਰੂ ਵੀ ਹੈ ਤੇ ਇਹ ਕਾਨੂੰਨ ਕਿਸਾਨ ਮਾਰੂ ਵੀ ਹੈ। ਜਿਹੜੇ ਕਿ ਰੋਜ਼ ਕਾਨੂੰਨ ਦੇ ਨਾਲ ਘੁਲਦੇ ਆ, ਜਿਹੜੇ ਰੋਜ਼ ਕਾਨੂੰਨਾਂ ਦੀ ਵਿਆਖਿਆ ਕਰਦੀ ਆ ਅਦਾਲਤਾਂ ਦੇ ਵਿੱਚ, ਲੀਗਲ ਮਾਹਰ ਹੈ, ਕਾਨੂੰਨੀ ਮਾਹਰ ਹੈ, ਉਹ ਇਹ ਕਾਨੂੰਨਾਂ ਨੂੰ ਗਲਤ ਕਹਿ ਰਹੇ ਆ। ਤਾਂ ਉਹਨਾਂ ਨੇ ਇਹਦੇ ਜਵਾਬ ਦੇ ਵਿੱਚ ਕਿਹਾ, ਅਸੀਂ ਕਿਹਾ ਵੀ ਜਿਹੜੇ ਖੇਤੀ ਮਾਹਰ ਹੈ, ਖੇਤੀ ਯੂਨੀਵਰਸਿਟੀਆਂ ਦੇ ਮਾਹਰ ਹੈ, ਆਰਥਿਕ ਮਾਹਰ ਹੈ, ਉਹ ਵੀ ਇਹਨਾਂ ਨੂੰ ਕਾਨੂੰਨਾਂ ਨੂੰ ਖੇਤੀ ਵਿਰੋਧੀ ਦੱਸ ਰਹੇ ਆ। ਉਹਨਾਂ ਨੇ ਸਾਡੀ ਦਲੀਲ ਦੇ ਜਵਾਬ ਦੇ ਵਿੱਚ ਤੋਮਰ ਨੇ ਇਹ ਗੱਲ ਕਹੀ, ਕਹਿੰਦੇ ਜੇ ਤੁਸੀਂ ਖੇਤੀ ਮਾਹਰ 10 ਪੇਸ਼ ਕਰ ਦਿਓਗੇ ਇਹ ਕਾਨੂੰਨਾਂ ਨੂੰ ਗਲਤ ਕਹਿਣ ਵਾਲੇ, ਤਾਂ ਅਸੀਂ 100 ਖੇਤੀ ਮਾਹਰ ਪੇਸ਼ ਕਰ ਸਕਦੇ ਹਾਂ ਇਹਨਾਂ ਕਾਨੂੰਨਾਂ ਨੂੰ ਠੀਕ ਕਹਿਣ ਵਾਲੇ। ਜੇ ਤੁਸੀਂ 10 ਵਕੀਲ ਪੇਸ਼ ਕਰ ਸਕਦੇ ਹੋ ਅਸੀਂ 100 ਵਕੀਲ ਪੇਸ਼ ਕਰ ਸਕਦੇ ਹਾਂ। ਜਿਹੜੇ ਨੈਸ਼ਨਲ ਲੈਵਲ ਦੇ ਕਿਸਾਨ ਲੀਡਰ ਹੈ, ਕੌਮੀ ਪੱਧਰ ਦੇ ਕਿਸਾਨ ਲੀਡਰ ਹੈ, ਪਿਛਲੇ 40 ਸਾਲਾਂ ਦੇ ਅੰਦੋਲਨ ਦੇ ਨਾਲ ਜੁੜੇ ਹੋਏ ਕਿਸਾਨ ਲੀਡਰ ਹੈ, ਉਹ ਵੀ ਇਹਨਾਂ ਦੇ ਕਾਨੂੰਨਾਂ ਨੂੰ ਸਹੀ ਕਹਿ ਰਹੇ ਹੈ। ਤਾਂ ਉਹਨਾਂ ਨੇ ਮਿਸਾਲ ਦਿੱਤੀ
ਵੀ ਜਿਹੜਾ ਮਹਾਰਾਸ਼ਟਰ ਦਾ 1984 ਤੋਂ ਤੁਰਿਆ ਰਿਹਾ ਕਿਸਾਨ ਲੀਡਰ ਸ਼ਰਦ ਜੋਸ਼ੀ, ਪੁਰਾਣੇ ਜਿਹੜੇ ਲੀਡਰ ਉਹਨਾਂ ਨੂੰ ਯਾਦ ਆ ਗਿਆ ਹੋਣਾ ਵੀ ਸ਼ਰਦ ਜੋਸ਼ੀ ਕੌਣ ਸੀ। ਸ਼ਰਦ ਜੋਸ਼ੀ ਦਾ ਉਹਨੇ ਨਰਿੰਦਰ ਤੋਮਰ ਨੇ ਵਿਸ਼ੇਸ਼ ਤੌਰ ਤੇ ਨਾਂ ਲਿਆ ਵੀ ਕੀ ਤੁਸੀਂ ਉਹਨੂੰ ਕੌਮੀ ਕਿਸਾਨ ਲੀਡਰ ਨਹੀਂ ਮੰਨਦੇ, ਕੀ ਉਹ ਪਿਛਲੇ 40 ਸਾਲਾਂ ਦੇ ਕਿਸਾਨ ਅੰਦੋਲਨ ਦੇ ਨਾਲ ਨਹੀਂ ਜੁੜਿਆ। ਉਹਨਾਂ ਨੇ ਸ਼ਰਦ ਜੋਸ਼ੀ ਦਾ ਨਾਂ ਪੇਸ਼ ਕੀਤਾ। ਤੇ ਭਰਾਵੋ, ਸ਼ਰਦ ਜੋਸ਼ੀ ਉਹ ਹੈ ਜਦੋਂ ਭਾਰਤੀ ਕਿਸਾਨ ਯੂਨੀਅਨ ਦੇ ਵਿੱਚ 1991 ਦੇ ਵਿੱਚ ਪਹਿਲੀ ਫੁੱਟ ਪਈ ਹੈ। ਇੱਕ ਪਾਸੇ ਸਾਰੀਆਂ ਪੰਜਾਬ ਦੀਆਂ, ਦੂਜੇ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਇੱਕ ਮਹਿੰਦਰ ਸਿੰਘ ਟਕੈਤ ਦੀ ਅਗਵਾਈ 'ਚ ਇਕੱਠੀਆਂ ਹੋਈਆਂ, ਜਿਹੜੀਆਂ ਕਿ WTO ਦਾ ਆਰਥਿਕ ਜਿਹੜਾ ਡੰਕਲ ਸੀ ਉਹਦੀਆਂ ਸਿਫਾਰਸ਼ਾਂ ਦਾ, ਗੈਰ ਸਮਝੌਤੇ ਦਾ ਵਿਰੋਧ ਕਰਦੀਆਂ ਸੀ। ਤੇ ਦੂਜੇ ਪਾਸੇ ਜਿਹੜੀਆਂ ਖੁੱਲੀ ਮੰਡੀ ਦੀਆਂ ਪੱਖੀ, WTO ਦੀਆਂ ਪੱਖੀ, ਗੈਰ ਸਮਝੌਤੇ ਦੀਆਂ ਪੱਖੀ ਜਥੇਬੰਦੀਆਂ ਸੀ, ਉਹ ਸ਼ਰਦ ਜੋਸ਼ੀ ਦੇ ਮਗਰ ਇਕੱਠੀਆਂ ਹੋਈਆਂ ਸੀ। ਉਹ ਸ਼ਰਦ ਜੋਸ਼ੀ ਹੈ ਜਿਹੜਾ ਕਿ 1990 ਤੋਂ ਇਹ ਕਾਰਪੋਰੇਟ ਪੱਖੀ ਕੰਪਨੀਆਂ ਪੱਖੀ ਨੀਤੀਆਂ ਦਾ, ਸਮਝੌਤਿਆਂ ਦਾ ਹਮਾਇਤ ਕਰਦਾ ਆ ਰਿਹਾ। ਸੋ ਉਹਨਾਂ ਦਾ, ਪਰ ਅਸੀਂ ਕਿਹਾ ਵੀ ਉਹਨਾਂ ਦਾ ਤਾਂ ਉਦੋਂ ਤੋਂ ਹੀ ਖੁੱਲੀ ਮੰਡੀ ਦਾ ਸਮਰਥਕ ਹੈ, ਉਹ ਹੁਣ ਵੀ ਹੋਣਗੇ। ਉਹਨਾਂ ਨੇ ਇਸ ਖੁੱਲੀ ਮੰਡੀ ਦਾ ਸਮਰਥਨ ਕਰਕੇ ਵਜ਼ਾਰਤਾਂ ਲੰਘੀਆਂ ਨੇ, ਉਹਨਾਂ ਨੇ ਰਾਜ ਸਭਾ ਦੀਆਂ ਮੈਂਬਰੀਆਂ ਲੰਘੀਆਂ ਨੇ। ਮੈਂ ਨਾਂ ਲਊਂਗਾ ਪੰਜਾਬ ਦੇ ਇੱਕ ਕਿਸਾਨ ਆਗੂ ਦਾ, ਭੁਪਿੰਦਰ ਸਿੰਘ ਮਾਨ ਦਾ, ਉਹ ਵੀ ਉਦੋਂ ਸ਼ਰਦ ਜੋਸ਼ੀ ਦੇ ਨਾਲ ਸੀ। ਜੋ ਭੁਪਿੰਦਰ ਸਿੰਘ ਮਾਨ ਨੂੰ ਜਿਹੜੀ ਰਾਜ ਸਭਾ ਦੀ ਮੈਂਬਰੀ ਮਿਲੀ ਸੀ, ਉਹ ਉਸੇ ਖੁੱਲੀ ਮੰਡੀ ਦੀਆਂ, WTO ਦੀਆਂ ਅਜੇ 3 ਕਾਨੂੰਨਾਂ ਤੇ ਜਿਹੜਾ ਰੱਦ ਕਰਾਉਣ ਦੀ ਗੱਲ ਹੈ, ਅਜੇ ਤੋਮਰ ਉਹ ਤੋਂ 1 ਇੰਚ ਵੀ ਪਿੱਛੇ ਨਹੀਂ ਹਟਿਆ। ਕੇਂਦਰ ਸਰਕਾਰ 1 ਇੰਚ ਵੀ ਪਿੱਛੇ ਨਹੀਂ ਹਟਿਆ। ਕੇਂਦਰ ਸਰਕਾਰ 1 ਇੰਚ ਵੀ ਪਿੱਛੇ ਨਹੀਂ ਹਟੀ। ਸੋ ਇਸ ਕਰਕੇ ਸਾਨੂੰ ਪਹਿਲਾਂ ਨਾਲੋਂ ਚੌਕਸੀ ਵਧਾਉਣ ਦੀ ਲੋੜ ਹੈ, ਸਾਨੂੰ ਪਹਿਲਾਂ ਨਾਲੋਂ ਆਪਣਾ ਪ੍ਰੈਸ਼ਰ ਵਧਾਉਣ ਦੀ ਲੋੜ ਹੈ। ਤੇ ਦੂਜੀ ਜਿਹੜੀ MSP ਦੀ ਗੱਲ ਸੀ, ਅਸੀਂ ਕਿਹਾ ਵੀ ਜੇ ਸਾਰੇ ਦੇਸ਼ ਦਾ ਕੱਲਾ ਅਨਾਜ, ਕਣਕ ਤੇ ਚੌਲ ਵੀ ਖਰੀਦਣੇ ਹੋਣ ਤਾਂ 17 ਲੱਖ ਕਰੋੜ ਦਾ ਬਜਟ ਚਾਹੀਦਾ, ਤੇ ਤੁਸੀਂ ਸਿਰਫ 15%, ਠੀਕ ਹੈ ਹਰਿਆਣੇ ਦੇ ਪੰਜਾਬ ਦਾ ਵੱਧ ਖਰੀਦ ਲੈਂਦੇ ਨੇ। ਜੇ ਸਾਰੇ ਦੇਸ਼ ਦਾ ਅਨਾਜ ਦੀ ਖਰੀਦ ਦੀ ਗੱਲ ਕਰਨੀ ਹੋਵੇ, MSP ਦੇ ਬਾਵਜੂਦ ਤੁਸੀਂ 17% ਅਨਾਜ ਖਰੀਦਦੇ ਹੋ, ਬਾਕੀ ਵਪਾਰੀ ਖਰੀਦਦੇ ਆ ਮਨਮਰਜ਼ੀ ਦੇ ਰੇਟਾਂ ਤੇ। ਜੇ ਸਾਰਾ ਖਰੀਦਣਾ ਹੋਵੇ ਤਾਂ 17 ਲੱਖ ਕਰੋੜ ਚਾਹੀਦਾ। ਤਾਂ ਉੱਥੇ ਵੀ ਖੇਤੀ ਮੰਤਰੀ ਨੇ ਕਿਹਾ ਵੀ ਹਰੇਕ ਸਾਲ 17 ਲੱਖ ਕਰੋੜ ਰੁਪਇਆ ਪ੍ਰਬੰਧ ਕਰਨਾ, ਬਜਟ ਦਾ ਪ੍ਰਬੰਧ ਕਰਨਾ, ਕੋਈ ਖਾਲਾ ਜੀ ਦਾ ਬਾੜਾ ਨਹੀਂ। ਕਹਿੰਦਾ ਭਾਵ 17 ਲੱਖ ਕਰੋੜ ਨਾ ਪ੍ਰਬੰਧ ਹੋਵੇ, ਨਾ ਸਾਰੇ ਦਾ ਸਾਰਾ ਅਨਾਜ ਖਰੀਦਿਆ ਜਾਵੇ। ਸੋ ਇਸ ਕਰਕੇ MSP ਦੀ ਕਾਨੂੰਨੀ ਗਾਰੰਟੀ ਤੋਂ ਵੀ ਹਜੇ ਉਹ 1 ਇੰਚ ਪਿੱਛੇ ਨਹੀਂ ਹਟੇ। ਸੋ ਭਰਾਵੋ, ਜਿਹੜੀ ਬਾਕੀ ਲੜਾਈ ਆ ਜਾਂ 4 ਤਰੀਕ ਨੂੰ ਹੋਣੀ ਆ ਜਾਂ ਤੋਂ ਬਾਅਦ ਹੋਣੀ ਹੈ, ਉਹ ਇਹ ਐ ਸਮਝ ਲਓ ਤੁਸੀਂ ਸਾਰੇ ਖੇਤੀ ਕਰਦੇ ਹੋ, ਪਾਣੀ ਲਾਇਆ ਹੋਣਾ, ਨਹਿਰੀ ਪਾਣੀ। ਹੁਣ ਐ ਸਮਝ ਲਓ ਵੀ ਸਾਰਿਆਂ ਨੂੰ ਜਿਹੜਾ ਉੱਚੇ ਕਿਆਰੇ ਹੈ, 3 ਕਿਆਰੇ ਆ ਜਿਹੜੇ ਉੱਚੇ, ਉਹਨਾਂ 'ਚ ਪਾਣੀ ਹੈ। ਹੁਣ ਉੱਚੇ ਕਿਆਰਿਆਂ 'ਚ ਜਦੋਂ ਪਾਣੀ ਛੱਡਿਆ ਹੋਵੇ, ਉਦੋਂ ਖਾਲ ਦੀਆਂ ਡੌਲਾਂ ਦੀ ਵੱਧ ਮਜ਼ਬੂਤੀ ਚਾਹੀਦੀ ਹੈ। ਜੇ ਉਸ ਮੌਕੇ ਮਾੜਾ ਜਿਹਾ ਵੀ ਪਿੱਛੋਂ ਪਾਣੀ ਦਾ ਪ੍ਰੈਸ਼ਰ ਘਟ ਗਿਆ, ਨਿੱਕੀ ਜਿਹੀ ਵੀ ਖੱਡ ਉਹ ਖਾਲ ਦੇ ਵਿੱਚ ਪੈਗੀ, ਤਾਂ ਭਰਾਵੋ ਸਾਰੇ ਦਾ ਸਾਰਾ ਪਾਣੀ ਜਿਹੜਾ ਗਾਹਾਂ ਦੇ ਕਿਆਰੇ 'ਚ ਜਾਣ ਦੀ ਬਜਾਏ ਉਹ ਪਿੱਛੇ ਖਾਲ 'ਚ ਮੁੜ ਆਉਂਦਾ ਹੁੰਦਾ। ਹੁਣ ਭਰਾਵੋ ਉਹ ਮੌਕਾ, ਉੱਥੇ ਆਪਣਾ ਮੋਰਚੇ ਦਾ ਪਾਣੀ ਛੱਡਿਆ ਹੋਇਆ। ਸੋ ਇਸ ਕਰਕੇ ਪ੍ਰੈਸ਼ਰ ਵਧਾਉਣ ਦੀ ਲੋੜ ਹੈ, ਚੌਕਸੀ ਵਧਾਉਣ ਦੀ ਲੋੜ ਹੈ। ਐਸੇ ਮਹੀਨੇ ਦੇ ਵਿੱਚ ਇਹਨਾਂ ਦਾ ਬਜਟ ਇਜਲਾਸ ਹੋ ਰਿਹਾ ਪਾਰਲੀਮੈਂਟ ਦਾ। ਪਹਿਲਾ ਸਰਦ ਰੁੱਤ ਇਜਲਾਸ ਇਹਨਾਂ ਨੇ ਟਪਾਤਾ, ਬਿਨਾਂ ਸਰਦ ਰੁੱਤ ਇਜਲਾਸ ਕੀਤਾ ਹੀ ਨਹੀਂ ਪਾਰਲੀਮੈਂਟ ਦਾ, ਵੀ ਕਿਤੇ ਕਿਸਾਨ ਇਹ ਨਾ ਕਹਿਣ ਵੀ ਐਸੇ ਸੈਸ਼ਨ ਦੇ ਵਿੱਚ ਕਾਨੂੰਨਾਂ ਨੂੰ ਰੱਦ ਕਰਨ ਦਾ, ਰਿਪੀਲ ਕਰਨ ਦਾ ਮਤਾ ਲੈ ਕੇ ਆਓ। ਉਹਨਾਂ ਨੇ ਟਪਾਤਾ। ਪਰ ਜਿਹੜਾ ਹੁਣ ਦੂਜਾ ਬਜਟ ਸੈਸ਼ਨ ਹੈ ਉਹਨੂੰ ਟਪਾ ਨਹੀਂ ਸਕਦੇ। ਉਹ ਐਸੇ ਮਹੀਨੇ 'ਚ ਹੋ ਰਿਹਾ, ਜਨਵਰੀ ਮਹੀਨੇ 'ਚ ਹੋ ਰਿਹਾ, ਤਰੀਕ ਦਾ ਐਲਾਨ ਕਰਨਾ ਬਾਕੀ ਹੈ। ਸੋ ਤਿਆਰੀਆਂ ਕਰ ਲਓ।
ਬਈ ਬਜਟ ਇਜਲਾਸ ਵਾਲਾ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਹੋਊਗਾ ਉਹਦੇ ਵਿੱਚ 3 ਕਾਨੂੰਨਾਂ ਨੂੰ ਰੱਦ ਕਰਨ ਵਾਲਾ ਮਤਾ ਵੀ ਲੈ ਕੇ ਆਉਣ ਦੀ ਮਜਬੂਰੀ ਬਣਾਵਾਂਗੇ ਇਹਨਾਂ ਦੀ। ਤੇ ਜੇ ਇਹਨਾਂ ਨੇ ਟਾਲ ਮਟੋਲ ਕੀਤੀ ਉਸ ਸੈਸ਼ਨ ਦੇ ਵਿੱਚ ਨਾ ਲਿਆਂਦਾ 3 ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ, ਫਿਰ ਭਰਾਵੋ ਚੂੜੀ ਟੈਟ ਕਰਨੀ ਪਊਗੀ, ਘੇਰਾਬੰਦੀ ਤੇਜ਼ ਕਰਨੀ ਪਊਗੀ, ਦੂਜੇ ਸੂਬਿਆਂ ਦੇ ਵਿੱਚ ਹੋਰ ਫੈਲਾਉਣਾ ਪਊਗਾ। ਤੇ ਜਿਹੇ ਜਿਹਾ ਭਾਰਤ ਬੰਦ ਦਾ ਆਪਾਂ 8 ਦਸੰਬਰ ਨੂੰ ਸੱਦਾ ਦਿੱਤਾ ਸੀ ਪਿਛਲੇ ਮਹੀਨੇ, ਉਹ ਫੇਰ 8 ਤਰੀਕ ਆਉਣ ਵਾਲੀ ਹੈ। ਉਹੇ ਜਿਹਾ ਭਾਰਤ ਬੰਦ ਦੇ ਸੱਦੇ ਵਰਗਾ ਸਾਰੇ ਇੱਕੋ ਦਿਨ ਇੱਕੋ ਤਰੀਕ ਨੂੰ ਸਾਰੇ ਸੂਬਿਆਂ ਦੇ ਵਿੱਚ ਇੱਕੋ ਸਮੇਂ ਲਾਗੂ ਹੋਵੇ। ਉਹੇ ਜਿਹੇ ਭਾਰਤ ਬੰਦ ਵਰਗਾ ਕੋਈ ਐਕਸ਼ਨ ਪ੍ਰੋਗਰਾਮ, ਭਾਵੇਂ ਉਹ ਪ੍ਰਚਾਰ ਵਾਲਾ ਐਕਸ਼ਨ ਪ੍ਰੋਗਰਾਮ ਹੀ ਹੋਊਗਾ, ਇੱਕੇ ਦਿਨ ਜਦੋਂ ਸਾਰੇ ਦੇਸ਼ ਦਾ ਕਿਸਾਨ ਸੜਕਾਂ ਤੇ ਆਊਗਾ, ਦੂਜੇ ਵਰਗ ਟਰਾਂਸਪੋਰਟ ਵਰਗ ਹੈ, ਸ਼ਹਿਰੀ ਵਰਗ ਹੈ, ਸਾਰੇ ਦੇ ਸਾਰਿਆਂ ਨੂੰ ਇੱਕੋ ਦਿਨ ਇੱਕੋ ਟਾਈਮ ਤੇ ਸੜਕਾਂ ਤੇ ਲਿਆਉਣ ਦੀ ਖਾਤਰ ਆਪਾਂ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੀ ਮੀਟਿੰਗ ਦੇ ਵਿੱਚ ਐਕਸ਼ਨ ਪ੍ਰੋਗਰਾਮ ਦੇਵਾਂਗੇ, ਤਾਂ ਕਿ ਜਿਹੜਾ ਇਹਨਾਂ ਤੇ ਪ੍ਰੈਸ਼ਰ ਹੈ 3 ਕਾਨੂੰਨਾਂ ਨੂੰ ਰੱਦ ਕਰਾਉਣ ਦੀ ਖਾਤਰ, MSP ਦੀ ਕਾਨੂੰਨੀ ਗਰੰਟੀ ਕਰਾਉਣ ਦੀ ਖਾਤਰ ਇਹ ਪ੍ਰੈਸ਼ਰ ਹੋਰ ਵਧਾਇਆ ਜਾ ਸਕੇ। ਇਹਦੀ ਤਿਆਰੀ ਦੀ ਲੋੜ ਹੈ, ਚੌਕਸੀ ਦੀ ਲੋੜ ਹੈ। ਕੋਈ ਆ ਜੋ ਅੰਸ਼ਕ ਪ੍ਰਾਪਤੀਆਂ ਹੋ ਗਈਆਂ ਠੀਕ ਹੈ, ਇਹਨਾਂ ਨੂੰ ਅਸੀਂ ਜਮ੍ਹਾਂ ਕਰਦੇ ਹਾਂ, ਪਰ ਇਹਨਾਂ ਤੇ ਖਿੜ ਜਾਣ ਦੀ ਲੋੜ ਨਹੀਂ ਵੀ ਅਸੀਂ ਭੁੱਲ ਜਗੇ। ਜੇ ਅਸੀਂ ਅੰਸ਼ਕ ਪ੍ਰਾਪਤੀਆਂ ਕਰਕੇ ਮੇਨ ਮੁੱਦੇ ਭੁੱਲ ਗਏ, ਭਰਾਵੋ ਸਾਡੀ ਹਾਰ ਹੋਊਗੀ, ਜਿੱਤ ਕੇ ਹਾਰਨ ਵਾਲੀ ਗੱਲ ਹੋਊਗੀ। ਅਸੀਂ ਜਿੱਤ ਕੇ ਹਾਰਨ ਵਾਲੀ ਗੱਲ ਨਹੀਂ ਕਰਾਂਗੇ। ਆ ਤੁਸੀਂ ਸ਼ਤਰੰਜ ਦੀ ਖੇਡ ਖੇਡੀ ਹੋਣੀ ਹੈ, 12 ਬੀਟੀ ਦੀ ਖੇਡ ਖੇਡੀ ਹੋਣੀ ਹੈ। ਕਈ ਵਾਰੀ ਵਿਰੋਧੀ ਧਿਰ ਆਪਣੀ ਬੀਟੀ ਮੂਹਰੇ ਕਰ ਦਿੰਦੀ ਹੈ ਵੀ ਕੁੱਟ ਲੈ, ਤਾਂ ਕਿ ਉਸ ਤੋਂ ਬਾਅਦ 3 ਬੀਟੀਆਂ ਮੈਂ ਕੁੱਟ ਲਾਂ। ਤੁਹਾਨੂੰ ਐ ਸਮਝ ਲਓ ਵੀ ਜਿਹੜੀ ਇਹਨਾਂ ਨੇ ਆ 2 ਅੰਸ਼ਕ ਪ੍ਰਾਪਤੀਆਂ ਸਾਨੂੰ ਦਿੱਤੀਆਂ, ਇਹ 12 ਬੀਟੀ ਦੀ ਖੇਡ ਦੇ ਵਿੱਚ ਇਹਨਾਂ ਨੇ ਮੂਹਰੇ ਵੀ ਕੀਤੀਆਂ ਹੋ ਸਕਦੀਆਂ ਵੀ ਇਹ ਪ੍ਰਾਪਤ ਕਰਕੇ ਭੁੱਲ ਜਾਣ, ਇਹ ਨਸ਼ੇ ਦੇ ਵਿੱਚ ਹੀ ਲੋਟ ਹੋ ਜਾਣ, ਇਹਨਾਂ ਨੂੰ 3 ਕਾਨੂੰਨ ਭੁੱਲ ਜਾਣ। ਭਰਾਵੋ ਆਪਾਂ ਬੀਟੀ ਕੁੱਟੀ ਵੀ ਹੈ, ਇਹ ਆਪਣੀਆਂ ਕੁੱਟਣ ਤੋਂ ਬਚਾਉਣੀਆਂ ਵੀ ਹੈ। ਇਹਨਾਂ ਕਹਿੰਦਾ ਹੋਇਆ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਮਾਣ ਤੇ ਸਤਿਕਾਰ ਦੇ ਯੋਗ ਭਾਰਤ ਦੇ ਵੱਖ-ਵੱਖ ਸੂਬਿਆਂ ਅਤੇ ਵਿਸ਼ਵ ਭਰ ਤੋਂ ਵੱਖ-ਵੱਖ ਦੇਸ਼ਾਂ ਤੋਂ ਇਸ ਕਿਸਾਨੀ ਸੰਘਰਸ਼ ਦੇ ਵਿੱਚ ਪਹੁੰਚੇ ਹੋਏ ਸਤਿਕਾਰਯੋਗ ਵੀਰੋ ਭੈਣੋ ਤੇ ਬੱਚਿਓ, ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ। ਬੁਲਾਓ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਰਫ ਤੁਹਾਨੂੰ ਪਤਾ ਹੈ ਕਿ ਮੈਂ ਹੋਰ ਕੋਈ ਜ਼ਿਆਦਾ ਗੱਲ ਨਹੀਂ ਕਰਦਾ ਕਿ ਜਿਹੜੀ ਡਿਊਟੀ ਲੱਗੀ ਹੋਈ ਹੈ, ਜਿਹੜੇ ਸ਼ਰਾਰਤੀ ਅਨਸਰ ਇਸ ਕੇਂਦਰ ਸਰਕਾਰ ਵੱਲੋਂ ਇਸ ਸੰਘਰਸ਼ ਨੂੰ ਤਾਰ ਪੀੜੋ ਕਰਨ ਲਈ ਸਮੇਂ-ਸਮੇਂ ਉਹ ਆਪਣੀਆਂ ਆਦਤਾਂ ਤੋਂ ਪਿੱਛੇ ਨਹੀਂ ਹਟਦੇ ਤੇ ਉਹਨਾਂ ਨੂੰ ਗੁਰੂ ਦੀ ਕਿਰਪਾ ਨਾਲ ਸਮੇਂ-ਸਮੇਂ ਜਿਹੜਾ ਹੈ ਉਹ ਪੁਲਿਸ ਦੇ ਹਵਾਲੇ ਕੀਤਾ ਜਾ ਰਿਹਾ। ਔਰ ਦੱਸਣਾ ਚਾਹਾਂਗਾ ਕਿ ਕੱਲ ਥਾਣਾ ਕੁੰਡਲੀ ਵਿੱਚ ਇੱਕ ਦੋਸ਼ੀ ਰਾਮ ਪ੍ਰਕਾਸ਼ ਦੇ ਖਿਲਾਫ FIR 652 ਧਾਰਾ IPC 153 294 505 ਆਦਿ ਦੇ ਤਹਿਤ ਪਰਚਾ ਦਰਜ ਹੋ ਚੁੱਕਾ ਹੈ। ਉਹਦੇ ਜੋ ਮਨਸੂਬੇ ਸਨ, ਜੋ ਉਹਨੇ ਸਨਸਨੀਖੇਜ਼ ਖੁਲਾਸੇ ਕੀਤੇ, ਉਹਦੇ ਮੇਰੇ ਕੋਲ ਸਾਰੇ ਸਬੂਤ ਹਨ। ਪਰ ਉਹ ਪਰਚਾ ਕਰਾਤਾ ਹੈ ਔਰ ਪੁਲਿਸ ਨੇ ਅਰੈਸਟ ਕਰ ਲਿਆ ਉਹਨੂੰ। ਬੇਨਤੀ ਹੈ ਸਮੁੱਚੇ ਕਿਸਾਨ ਵੀਰਾਂ ਨੂੰ ਕਿ ਉਹ ਹਰ ਕਿਸਾਨ ਆਪਣੀ ਟਰਾਲੀ ਦੀ ਜਿਹੜੀ ਰਾਖੀ ਆ ਉਹ ਆਪ ਕਰੇ ਤੇ ਆਸੇ-ਪਾਸੇ ਵੀ ਧਿਆਨ ਰੱਖੇ। ਔਰ ਖਾਸ ਕਰਕੇ ਕੁਝ ਲੜਕੀਆਂ ਵੀ ਇਸ ਤਰ੍ਹਾਂ ਆ ਰਹੀਆਂ ਨੇ ਕਿ ਉਹ ਮੰਦ ਭਾਵਨਾ ਨਾਲ ਇੱਥੇ ਆ ਰਹੀਆਂ ਨੇ, ਤੁਸੀਂ ਮੇਰੀ ਗੱਲ ਸਮਝਦੇ ਹੋਵੋਗੇ, ਸੋ ਉਹਨਾਂ ਦਾ ਵੀ ਧਿਆਨ ਰੱਖਣਾ ਹੈ। ਪਰ ਇੱਕ ਗੱਲ ਯਾਦ ਰੱਖੀਏ, ਧਿਆਨ 'ਚ ਰੱਖਿਓ ਵੀ ਕਹਿਣਾ ਕਿਸੇ ਨੂੰ ਕੁਛ ਨਹੀਂ, ਕੇਵਲ ਜਿਹੜਾ ਕੋਈ ਤੁਹਾਡੇ ਇਸ ਤਰ੍ਹਾਂ ਦਾ ਧਿਆਨ 'ਚ ਆਵੇ, ਤੁਹਾਨੂੰ ਉੱਤੇ ਸ਼ੱਕ ਪੈਦਾ ਹੁੰਦਾ ਤੇ ਤੁਸੀਂ ਸਾਨੂੰ ਟੈਲੀਫੋਨ ਕਰਨਾ ਹੈ। ਔਰ ਸਾਡੇ ਜਿਹੜੇ ਵਲੰਟੀਅਰ
ਜਿਹੜੇ ਇੱਥੇ ਰਾਤ ਪਹਿਰੇ ਤੇ ਹੁੰਦੇ ਨੇ ਉਹ ਕੋਈ ਵੀ ਤੁਹਾਨੂੰ ਵਾਕੀ ਟਾਕੀ ਇਹ ਸੈੱਟ ਵਾਲਾ ਮਿਲੇ ਉਹਨਾਂ ਨੂੰ ਤਲਾਹ ਕਰ ਦਿਓ ਜਾਂ ਤੁਸੀਂ ਮੇਰੇ ਫੋਨ ਨੰਬਰ 75 890 00547 75 890 00547 ਤੇ ਤੁਸੀਂ ਫੋਨ ਕਰੋ। ਜਿੱਥੇ ਵੀ ਤੁਸੀਂ ਹੋ ਉਹ ਜਗ੍ਹਾ ਜਿਹੜਾ ਧਿਆਨ ਨਾਲ ਦੱਸਣੀ ਤੇ ਦਾਸ ਉਸੇ ਟਾਈਮ ਤੇ ਪਹੁੰਚ ਕੇ ਉਸ ਸ਼ਰਾਰਤੀ ਅਨਸਰ ਨੂੰ ਜਾਂ ਸ਼ੱਕੀ ਆਦਮੀ ਨੂੰ ਫੜ ਕੇ ਉਹ ਤੋਂ ਸਾਰੀ ਪੁੱਛਗਿੱਛ ਕਰਕੇ ਪੁਲਿਸ ਦੇ ਹਵਾਲੇ ਕੀਤਾ ਜਾਏਗਾ। ਅਸੀਂ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈਣਾ, ਕਿਸੇ ਨੇ ਉਹਨੂੰ ਥੱਪੜ ਨਹੀਂ ਮਾਰਨਾ, ਕਿਸੇ ਨੇ ਕੋਈ ਨੂੰ ਮਾੜਾ ਲਫ਼ਜ਼ ਨਹੀਂ ਬੋਲਣਾ, ਪਰ ਅਸੀਂ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕਰਾਉਂਦੇ ਰਹੇ। ਹੁਣ ਤੱਕ ਬਹੁਤ ਸਾਰੇ ਆਦਮੀ ਅਸੀਂ ਫੜਾ ਚੁੱਕੇ ਹਾਂ ਤੇ ਪੁਲਿਸ ਜਿਹੜੀ ਆ ਪਰ ਉਹਨਾਂ ਤੇ ਜੋ ਅਸਲ ਕਾਰਵਾਈ ਕਰਨੀ ਬਣਦੀ ਆ ਉਹ ਨਹੀਂ ਕਰ ਰਹੀ। ਇਸ ਕਰਕੇ ਸਾਨੂੰ ਧਿਆਨ ਦੇਣ ਦੀ ਲੋੜ ਹੈ ਅਤੇ ਇਸ ਸਟੇਜ ਤੋਂ ਮੈਂ ਇਸ ਕੇਂਦਰ ਦੀ ਸਰਕਾਰ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਹੈ। ਇਹ ਜਰਾ ਧਿਆਨ ਨਾਲ ਸੁਣ ਲੈ। ਅੱਜ 31 ਦਸੰਬਰ 2020 ਦੀ ਲਾਸਟ ਤਰੀਕ ਹੈ ਤੇ ਰਾਤ ਨੂੰ 12 ਵਜੇ ਤੋਂ ਬਾਅਦ 1 ਜਨਵਰੀ 2021 ਸਾਲ ਚੜ੍ਹਨਾ ਹੈ ਔਰ ਜੇ ਇਹ ਨਵੇਂ ਸਾਲ ਦੀਆਂ ਲੋਕਾਂ ਨੂੰ ਮੁਬਾਰਕਾਂ ਦਿੰਦੇ ਹਨ ਦੇਸ਼ ਦੇ ਹੁਕਮਰਾਨ ਤੇ ਆ ਜਿਹੜੇ ਲੱਖਾਂ ਲੋਕ ਅੱਜ 500 ਕਿਲੋਮੀਟਰ ਤੋਂ ਅੱਜ ਹੀ ਜਿਸ ਤਰ੍ਹਾਂ ਕਿ ਗੁਰਦਾਸਪੁਰ ਤੇ ਪਠਾਨਕੋਟ ਤੋਂ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦਾ ਇੱਕ ਬਹੁਤ ਵੱਡਾ ਜਥਾ ਇੱਥੇ ਰਜਾਈਆਂ ਅਤੇ ਹੋਰ ਸਮੱਗਰੀ ਲੈ ਕੇ ਪਹੁੰਚਿਆ ਉਹ ਆ ਰਹੇ ਨੇ ਤੇ ਇਸੇ ਤਰ੍ਹਾਂ ਕੇਰਲਾ ਆਂਧਰਾ ਬੜੀ ਦੂਰ ਤੋਂ ਲੋਕ ਇੱਥੇ ਪਹੁੰਚੇ ਨੇ ਤੇ ਨਵੇਂ ਸਾਲ ਦੀ ਮੁਬਾਰਕਬਾਦ ਦੇਣ ਦੇ ਨਾਲ ਮੈਂ ਇੱਕ ਗੱਲ ਕਹਾਂਗਾ ਕਿ ਜੇ ਉਹ ਮੁਬਾਰਕਬਾਦ ਸਹੀ ਮਾਇਨਿਆਂ ਦੇ ਵਿੱਚ ਨਵੇਂ ਸਾਲ ਦੀ ਦੇਣਾ ਚਾਹੁੰਦੇ ਨੇ ਤੇ ਫਿਰ ਇਹਨਾਂ ਲੋਕਾਂ ਨੂੰ ਇਹ ਜਿਹੜੇ ਮੰਗਾਂ ਲੈ ਕੇ ਬੈਠੇ ਨੇ ਉਹ ਕੱਲ ਉਹਨਾਂ ਨੇ ਜਿਹੜਾ ਐਲਾਨ ਕੀਤਾ ਕਿ ਪਰਾਲੀ ਵਿਰੋਧੀ ਪਰਾਲੀ ਦੇ ਸੰਬੰਧ ਚ ਬਣਿਆ ਕਾਨੂੰਨ ਉਹ ਰੱਦ ਕੀਤਾ ਜਾਵੇਗਾ ਤੇ ਬਿਜਲੀ ਸੋਧ ਬਿੱਲ ਜਿਹੜਾ ਲਿਆ ਰਹੇ ਨੇ ਉਹ ਨਹੀਂ ਲਿਆਂਦਾ ਜਾਊਗਾ। ਪਰ ਜਿਹੜੀਆਂ ਅਸਲ ਮੰਗਾਂ ਨੇ ਜਿਸ ਤਰ੍ਹਾਂ ਕਿ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ ਅਤੇ MSP ਪੂਰੇ ਭਾਰਤ 'ਚ ਲਾਗੂ ਕੀਤੀ ਜਾਵੇ ਤਾਂ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਨੀ ਚਾਹੁੰਦਾ ਕਿ ਉਹਨਾਂ ਮੰਗਾਂ ਦਾ ਕਰਕੇ ਐਲਾਨ ਤੇ ਇਹ ਨਵੇਂ ਸਾਲ ਦੀ ਵਧਾਈ ਇਹਨਾਂ ਲੋਕਾਂ ਨੂੰ ਦਿੱਤੀ ਜਾਵੇ ਜਿਹੜੇ ਦਿੱਲੀ ਦੇ 4 ਚੁਫੇਰੇ ਬਾਰਡਰਾਂ ਤੇ ਬੈਠੇ ਨੇ ਤੇ ਇਹ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਂਦੇ ਹੋਏ ਇਹ ਘਰਾਂ ਨੂੰ ਜਾਣ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੋ ਆਗਮਨ ਪੁਰਬ ਆ ਰਿਹਾ ਉਹ ਜਾ ਕੇ ਆਪੋ ਆਪਣੇ ਘਰੀ ਤੇ ਨੇੜੇ ਗੁਰਦੁਆਰੇ ਤੇ ਸੰਬੰਧਿਤ ਗੁਰਦੁਆਰਿਆਂ ਦੇ ਵਿੱਚ ਉਹ ਧੂਮਧਾਮ ਦੇ ਨਾਲ ਜਿਹੜਾ ਮਨਾਉਣ। ਸੋ ਨਵੇਂ ਸਾਲ ਦੀ ਵਧਾਈ ਤਾਂ ਹੀ ਵਧਣੀ ਬਣਦੀ ਆ ਦੇਸ਼ ਦੇ ਹੁਕਮਰਾਨਾਂ ਨੂੰ ਜੇਕਰ ਇਹਨਾਂ ਨੂੰ ਗਿਫਟ ਦੇ ਵਜੋਂ ਦੇਣ ਇਹਨਾਂ ਦੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ। ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਅੱਜ ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।